ਜੀਵਤ ਮਰੈ ਮਰੈ ਹੁਣ ਜੀਵੈ, ਐਸੇ ਸੁਨ ਸਮਾਇਆ। ਅੰਜਨ ਮਾਏ ਨਿਰੰਜਨ ਰਹੀਐ, ਬੌੜ ਨ ਭਵ ਜਲ ਪਾਇਆ। ਮੇਰੇ ਰਾਮ ਐਸਾ ਖੀਰ ਬਿਲੋਈਐ, ਗੁਰਮਤਿ ਮਨੁਆ ਅਸਥਿਰ ਰਾਖੋ। ਇਨ ਬਿਦ ਅੰਮ੍ਰਿਤ ਪਿਓਈਐ, ਰਹਾਉ ਗੁਰ ਕੈ ਬਾਣ ਬਜਰ ਕਲ ਛੇਦੀ। ਪ੍ਰਗਟਿਆ ਪਦ ਪਰਗਾਸਾ, ਸਕਤ ਅੰਧੇਰ ਜੀਵੜੀ ਭ੍ਰਮ ਚੂਕਾ। ਨੇਚਲ ਸ਼ਿਵ ਘਰ ਬਾਸਾ, ਤਿਨ ਬਿਨ ਬਾਣੈ ਧਨਕ ਚੜਾਈਐ। ਏ ਜਗ ਬੇਦਿਆ ਭਾਈ, ਦਹ ਦਿਸ ਬੂਢੀ ਪਵਨ ਚੁਲਾਵੈ। ਡੋਰ ਰਹੀ ਲਿਵ ਲਾਈ, ਓਨ ਮਨ ਮਨੁਆ ਸੁਨ ਸਮਾਨਾ। ਦੁਬਿਧਾ ਦੁਰਮਤ ਭਾਗੀ, ਕਹੋ ਕਬੀਰ ਅਨ ਭਉ ਇਕ ਦੇਖਿਆ। ਰਾਮ ਨਾਮ ਲਿਵ ਲਾਗੀ, ਓਨ ਮਨ ਮਨੁਆ ਸੁਨ ਸਮਾਨਾ। ਦੁਬਿਧਾ ਦੁਰਮਤ ਭਾਗੀ, ਕਹੋ ਕਬੀਰ ਅਨ ਭਉ ਇਕ ਦੇਖਿਆ। ਰਾਮ ਨਾਮ ਲਿਵ ਲਾਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਅਤੇ ਸਿੰਘਾਸਨ ਦੇ ਮਾਲਕ, ਬਾਣੀ ਕੇ ਬੋਹਿਤ, ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ, ਗੁਰਦੁਆਰਾ ਦਮਦਮਾ ਸਾਹਿਬ, ਪਾਤਸ਼ਾਹੀ ਪਹਿਲੀ, ਪਾਤਸ਼ਾਹੀ ਛੇਵੀਂ, ਮਹਾਨ ਪਵਿੱਤਰ ਇਤਿਹਾਸਕ ਸਥਾਨ ਤੇ ਬਿਰਾਜਮਾਨ, ਯਾਤਰਾ ਕਰ ਰਹੀ ਬਹੁਤ ਹੀ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੈ। ਆਪ ਗੁਰੂ ਪਿਆਰ ਵਾਲਿਆਂ ਨੇ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ, ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਉਦਮੀ ਬਣਦਿਆਂ ਹੋਇਆਂ, ਬਾਕਾਇਦਾ ਗੁਰੂ ਚਰਨਾਂ ਵਿੱਚ ਪਹੁੰਚ ਕੇ ਗੁਰੂ ਸਵਾਰਿਆਂ ਤੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਗੁਰਦੇਵ ਆਪ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਸੇਵਾਵਾਂ, ਭੇਟਾਵਾਂ, ਅਰਦਾਸਾਂ ਬੇਨਤੀਆਂ ਆਪਣੇ ਦਰ ਤੇ ਪ੍ਰਵਾਨ ਕਰਨ।
ਸਭਨਾਂ ਨੂੰ ਮਹਾਰਾਜ ਦਰੋ ਕਰੋ ਨਾਮਦਾਨ, ਚੜ੍ਹਦੀ ਕਲਾ, ਦੇ ਰੋਗਤਾ, ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ, ਕਾਰੋਬਾਰਾਂ ਵਿੱਚ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਐਸੀ ਕਲਾ ਵਰਤਾਨ ਹਜ਼ੂਰ ਵੀ ਆਉਣ ਵਾਲੇ ਸਮੇਂ ਵਿੱਚ ਵੀ ਲਾਗ ਤੇ ਦੀਵਾਨ ਰਹੇ ਪੰਥ ਮਹਾਰਾਜ ਕੇ। ਇਸੇ ਪ੍ਰਕਾਰ ਆਪ ਗੁਰੂ ਚਰਨਾਂ ਵਿੱਚ ਬੈਠ ਕੇ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣਦੇ ਰਹੋ। ਉਪਰੰਤ ਆਪ ਜੀ ਨੇ ਹੁਣੇ ਦਾਸ ਪਾਸੋਂ ਜੋ ਇੱਕ ਪਾਵਨ ਸ਼ਬਦ ਸਰਵਣ ਕੀਤਾ ਹੈ, ਇਹ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਮਹਾਰਾਜ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਗੌੜੀ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 332-33 ਅੰਗ ਤੇ ਦਰਜ ਹੈ। ਹੁਣ ਮੈਂ ਅਕਸਰ ਇਹ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਿਆ ਕਰਨਾ, ਇਹ ਲੜੀਵਾਰ ਵਿਚਾਰ ਹੈ। ਔਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਵਿਚਾਰ ਸ਼ੁਰੂ ਹੁੰਦੀ ਏ, ਉੱਥੇ ਕਥਾ ਕਰਨ ਵਾਲੇ ਕੋਲ ਕੋਈ ਚੋਣ ਨਹੀਂ ਹੁੰਦੀ। ਉਹ ਜਿਸ ਵੀ ਸ਼ਬਦ ਦੀ ਵਾਰੀ ਹੈ, ਟਰਮ ਹੈ, ਉਸ ਦੀ ਵਿਚਾਰ ਕਰਨੀ ਹੈ। ਹੁਣ ਪਿਛਲੇ ਲਗਭਗ 1.5-2 ਮਹੀਨਿਆਂ ਤੋਂ, ਐਸਟੀਮੇਟਡ 2 ਮਹੀਨਿਆਂ ਤੋਂ ਭਗਤ ਬਾਣੀ ਦੀ ਵਿਚਾਰ ਚੱਲ ਰਹੀ ਹੈ। ਬਾਣੀ ਸਾਰੀ ਸਤਿਕਾਰਯੋਗ ਹੈ, ਬਾਣੀ ਸਾਰੀ ਇੱਕੋ ਹੈ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਹੈ। ਪਰ ਇਹ ਭਗਤਾਂ ਦੀ ਬਾਣੀ, ਇਸ ਨੂੰ ਮਹਿੰਗੀ ਬਾਣੀ ਕਿਹਾ ਜਾਂਦਾ ਹੈ। ਸੌਖੇ ਸ਼ਬਦਾਂ 'ਚ ਇੰਝ ਕਹਿ ਲਓ ਵੀ ਇਹਨੂੰ ਸਮਝਣ ਲਈ ਥੋੜਾ ਜਿਹਾ ਉਚੇਚੇ ਤੌਰ ਤੇ ਸੁਰਤ ਇਕਾਗਰ ਕਰਨੀ ਪੈਂਦੀ ਹੈ, ਥੋੜਾ ਜਿਹਾ ਉਚੇਚਾ ਧਿਆਨ ਦੇਣਾ ਪੈਂਦਾ ਹੈ। ਥੋੜੇ ਜਿਹੇ ਵੀ ਇੱਧਰ ਉੱਧਰ ਹੋ ਜਾਈਏ ਤੇ ਔਖਾ ਹੈ। ਬਿਲਕੁਲ ਮੈਥਮੈਟਿਕਸ ਵਰਗਾ, ਜਿਵੇਂ ਅਸੀਂ ਪੀਰੀਅਡ ਲਗਾਉਂਦੇ ਹੁੰਦੇ ਸਾਂ, ਜਿਸ ਤਰ੍ਹਾਂ ਤੁਸੀਂ ਕੈਮਿਸਟਰੀ ਪੜ੍ਹਦੇ ਸੋ, ਬਾਇਓਲੋਜੀ ਪੜ੍ਹਦੇ ਸੋ, ਸਾਇੰਸ ਪੜ੍ਹਦੇ ਸੋ, ਖਿਮਾ ਕਰਨਾ, ਇਹ ਲਗਭਗ ਉਸ ਤਰ੍ਹਾਂ ਦਾ ਵਿਸ਼ਾ ਹੁੰਦਾ ਹੈ। ਇਹਦੇ ਵਿੱਚ ਖਬਰਦਾਰ ਰਹਿਣ ਦੀ ਬੜੀ ਜ਼ਰੂਰਤ ਹੁੰਦੀ ਹੈ। ਸੋ ਆਓ ਹੁਣ ਮੈਂ ਆਪ ਜੀ ਦਾ ਦਰਗਾਹੀ ਬਚਨਾਂ ਵੱਲ ਧਿਆਨ ਦਿਵਾਵਾਂ। ਆਪ ਜੀ ਰੋਜ਼ਾਨਾ ਅਸੀਸ ਬਖਸ਼ਦੇ ਹੋ ਜੀ, ਇਕਾਗਰਤਾ ਬਖਸ਼ਦੇ ਹੋ। ਰੋਜ਼ਾਨਾ ਦੀ ਤਰ੍ਹਾਂ ਆਪ ਜੀ ਨੇ ਅੱਜ ਵੀ ਕਿਰਪਾ ਕਰਨੀ। ਸੋ ਆਓ ਪ੍ਰਾਰੰਭ ਵਿੱਚ ਸਾਧ ਸੰਗਤ ਮਨ ਦੀ ਇਕਾਗਰਤਾ ਅਤੇ ਰਸਨਾ ਦੀ ਪਵਿੱਤਰਤਾ ਵਾਸਤੇ ਇੱਕ ਵਾਰ ਸਾਰੀ ਸੰਗਤ ਬੇਨਤੀ ਪ੍ਰਵਾਨ ਕਰੋ ਔਰ ਪਿਆਰ ਨਾਲ ਰੋਜ਼ਾਨਾ ਦੀ ਤਰ੍ਹਾਂ ਆਖੋ ਜੀ, ਸਤਨਾਮ ਸ੍ਰੀ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਰਾਗ ਹੈ, ਇਸ ਦਾ ਇਤਨਾ ਹੀ ਮਕਸਦ ਹੈ ਕਿ ਸ਼ਬਦ ਨੂੰ ਗੌੜੀ ਰਾਗ ਵਿੱਚ ਗਾਣਾ ਹੈ, ਮਨ ਮਰਜ਼ੀ ਨਹੀਂ ਕਰਨੀ। ਇਹ ਗੱਲ ਵੱਖਰੀ ਹੈ ਬਈ 99.9% ਸਾਡੇ ਰਾਗੀ ਕੀਰਤਨੀਏ ਮਨ ਮਰਜ਼ੀ ਹੀ ਕਰਦੇ ਨੇ। ਉਹ ਜਿਹੜੇ ਮਰਜ਼ੀ ਰਾਗ ਵਿੱਚ ਲਿਖਿਆ ਉਹਨਾਂ ਨੂੰ ਕੋਈ ਪਰਵਾਹ ਨਹੀਂ। ਪਰ ਇਹ ਹੁਕਮ ਹੈ ਪਿਆਰਿਓ, ਇਹਨੂੰ ਗੌੜੀ ਵਿੱਚ ਹੀ ਗਾਣਾ ਹੈ। ਇਹਨੂੰ ਹਲਕੀ ਫੁਲਕੀ ਕਿਸੇ ਰੀਤ ਵਿੱਚ, ਗਜ਼ਲ ਠੁਮਰੀ ਵਿੱਚ ਨਹੀਂ ਗਾਉਣਾ। ਇਹ ਜਿਤਨੀਆਂ ਗੌੜੀ ਦੀਆਂ ਮਾਤਰਾ ਨੇ, ਲਿਹਾਜ਼ਾ ਉਸੇ ਹਿਸਾਬ ਨਾਲ ਇਹਨੂੰ ਗਾਉਣਾ ਹੈ। ਗੁਰੂ ਕਿਰਪਾ ਕਰੇ ਕਿਤੇ ਇਸ ਤਰ੍ਹਾਂ ਦਾ ਦੌਰ ਆਵੇ ਜਦੋਂ ਸਾਡੀਆਂ ਸੰਗਤਾਂ ਵਿੱਚ, ਸੰਗਤਾਂ ਦੇ ਨੁਮਾਇੰਦੇ ਪ੍ਰਬੰਧਕਾਂ ਵਿੱਚ, ਕੀਰਤਨ ਕਰਨ ਵਾਲੇ ਗੁਰਮੁਖ ਪਿਆਰੇ ਵੀਰਾਂ ਵਿੱਚ ਅਵੇਅਰਨੈਸ ਆਵੇ ਤੇ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਪ੍ਰੇਰਿਆ ਅਸੀਂ ਉਸ ਤਰ੍ਹਾਂ ਇਹ ਕੀਰਤਨ ਕਰੀਏ। ਗੌੜੀ ਰਾਗ ਵਿੱਚ ਇਸ ਦਾ ਗਾਇਨ ਕਰਨਾ ਹੈ ਸਾਧ ਸੰਗਤ। ਹੁਣ ਦਰਗਾਹੀ ਬੋਲ ਹਨ, ਜੀਵਤ ਮਰੈ ਮਰੈ ਹੁਣ ਜੀਵੈ। ਹੁਣ ਉਚੇਚਾ ਧਿਆਨ ਦਿਆ। ਹਜ਼ੂਰ ਕਹਿੰਦੇ ਨੇ ਵੀ ਜੀਂਦੇ ਜੀ ਕੋਈ ਮਰ ਜਾਏ ਫਿਰ ਉਹਦੀ ਜ਼ਿੰਦਗੀ ਸ਼ੁਰੂ ਹੁੰਦੀ ਹੈ। ਹੱਦ ਹੋ ਗਈ ਹੈ ਮਹਾਰਾਜ। ਜੇ ਕੋਈ ਮਰ ਹੀ ਗਿਆ ਤੇ ਉਹਦੀ ਫੇਰ ਜ਼ਿੰਦਗੀ ਕਿੱਥੋਂ ਸ਼ੁਰੂ ਹੋਵੇਗੀ? ਇਹ ਸਾਡਾ ਮਿਆਰ ਹੈ ਸੋਚ ਦਾ। ਹਜ਼ੂਰ ਕੀ ਕਹਿੰਦੇ ਨੇ ਉਹ ਦਰੁਸਤ ਕਹਿ ਰਹੇ ਨੇ, ਉਹ ਮੈਂ ਐਕਸਪਲੇਨ ਕਰਾਂਗਾ, ਗੱਲ ਸਮਝ ਵਿੱਚ ਵੀ ਆਵੇਗੀ। ਹਜ਼ੂਰ ਫਰਮਾਨ ਕਰ ਰਹੇ ਨੇ ਵੀ ਜਿਸ ਆਤਮਿਕ ਜੀਵਨ ਦੀ ਮੈਂ ਰੋਜ਼ ਗੱਲ ਕਰਨਾ, ਜਿਹਨੂੰ ਮੈਂ ਕਹਿੰਦਾ ਆਖਾਂ ਜੀਵਾਂ ਵਿਸਰੈ ਮਰ ਜਾਉ। ਦੇਖੋ, ਇੱਕ ਸਾਡੀ ਜ਼ਿੰਦਗੀ ਚੱਲਦੀ ਏ ਸ਼ਾਰੀਰਿਕ ਜ਼ਿੰਦਗੀ, ਉਹਦੇ ਪੈਰਲਰ ਇੱਕ ਜ਼ਿੰਦਗੀ ਚੱਲਦੀ ਏ ਆਤਮਿਕ ਜੀਵਨ।
शारीरिक तल दे उत्ते जन्म हुंदा है, शारीरिक तल दे उत्ते बाकायदा मौत भी हुंदी है। आत्मक तल दे उत्ते मनुख दा जन्म भी हुंदा है और आत्मक तल दे उत्ते मनुख दी कदी कदी मौत भी हुंदी है, बल्कि ज्यादा मौत हुंदी है। बिल्कुल सौखे बोल ने गुरु नानक साहब दे भी, जदों तक मैं आखना वां वागरू वागरू उदों तक मैं जिउना वां, सो जीविया जिस मन वसिया सोए, नानक अवर ना जीवै कोई। भाई वो जिਉਂਦਾ है आत्मक जिंदगी जिहदे मन विच सुरत विच शब्द वस गया है, परमात्मा वस गया, नाम वस गया, और जिहदे सुरत विच ध्यान विच अंतशकरण विच स्पेस विच वागरू नहीं वसिया, वो काहदा जिਉਂਦਾ, वो नहीं जिਉਂਦਾ। नानक अवर ना जीवै कोई, होर नहीं कोई जिਉਂਦਾ। और हजूर बख्शिश कर रहे ने भी आ जिहड़ी जिंदगी है इहदे वल्लों तू मर जा। किहड़ी जिंदगी? ये जिहड़ी वकारां दी जिंदगी है, वकारां वल्लों मर जा। जीवत मरै मरै, दो वारी मर जा, चंगी तरह मर जा, चंगी तरह मर जा। थोड़ा जिहा भी बीज बाकी रह गया ते उन्हें उग उग के पक पक के डिग डिग के उग उग के पक पक के डिग डिग के फिर पूरा जंगल बन जाना। दरखत नूं तुसीं कट्टो ना, किसी नूं नहीं कटना चाहिए, पर फॉर एग्जाम्पल थोड़ी जी एक साइड तो टाणी अड़ी रह जाए ना, तो उन्होंने उर्वरक उस स्किन विचों मिलती रहिंदी है। वो भावें डिग्गा हुंदा है पर फिर भी हरिया भरिया हुंदा। इसे तरह वकारां नूं थोड़ी जी भी खुल दे दी, थोड़े जे भी बाकी छड्ड दिते, फिर कदों रूप विराट धारण कर जाते हैं, कोई समझ नहीं आती। इसलिए हजूर सानू उचेचे तौर पर अवेयर कर रहे हैं, जीवत मरै मरै पुन जीवै, वकारां वल्लों मर जा। हुण किवें मर जा? तुसीं एक आम टेबल टाक विच अपने आले दुआले ये विचार शायद सुनी भी होवे भी किसी व्यक्ति नूं कोई तुहानूं मिले, तुहाडी रिश्तेदारी होवे जां वैसे जान पछाण विच होवे, प्रेम प्यार होवे, ते सुभावक असीं शिष्टाचार दे अधीन, नैतिकता दे अधीन पुछ लैंदे हां, होर सुणाओ की हाल चाल है? तो कहंदा जी ठीक है। फिर तुसीं उन्हां दे भरा बारे पुछ लो भी छोटे वीर दा, वड्डे भरा जी दा की हाल है, ते वो चुप कर जाए। तुसीं समझो भी शायद उन्हें मेरी गल सुनी नहीं, फिर दोबारा पुछो भी मैं तुहानूं पुछया वड्डे भाई दा की हाल है, ते वो कहे भी वड्डे भाई दा मैनूं कोई पता नहीं। हद हो गई है, इको छत दे थल्ले रहिंदे हो, ते फिर तुहानूं पता क्यों नहीं? तां फिर वो की कहंदा? वो कहंदा जी कई महीने हो गए साडा आपस विच वाद विवाद हो गया सी, असीं घर दे विच कंध कट लईए, दीवार कट लईए, बोलचाल को नहीं ना जी ना, बोलचाल की गल छड्डो, मैं ते ओदी मकाने भी नहीं जाना, मेरे वास्ते वो मर गया है ते मैं ओदे वास्ते मर गया। ये वर्डिंग गुस्से विच, नाराजगी विच असीं एक दूजे के प्रति बोलदे हां, अक्सर सुनिया होवेगा। हुण ध्यान दिया जे, घर इक्को ही है, विच कंध हो गई है, इधर एक भरा रहिंदा उधर दूजा रहिंदा है, वो कहंदा भी ਉਹਦੇ बारे ना पुछ, वो मेरे वास्ते मर गया, मैं ਉਹਦੇ वास्ते मर गया, हैगे दोवें जिउंदे ने, पर कहंदा ਅਸੀਂ दोवें मर गए। मर गया मीनस बई हुण ਉਹਦੇ नाल मेरा कोई सरोकार नहीं, कोई बोल बाणी नहीं, कोई वरतों पाची नहीं, ਅਸੀਂ कोई एक दूजे के दुख सुख विच शरीक नहीं हुंदी, वो मेरे वास्ते मर गया, मैं ਉਹਦੇ वास्ते मर गया। इदां हजूर कहंदे वकारां वल्लों तू मर जा, वकार तेरे लिए मर गए, तू वकारां लिए मर गया। इहनूं कहंदे जीवत मरै मरै पुन जीवै। जींदे जी इन्हां नालों नाता मुकम्मल तौर पर तोड़ लै।
ਚੰਗੀ ਤਰ੍ਹਾਂ ਤੋੜ ਲੈ, 2 ਵਾਰਾਂ ਮਰੈ ਮਰੈ। ਤੇ ਫਿਰ ਹੁੰਦਾ ਕੀ ਹੈ, ਫਿਰ ਇੱਕ ਕ੍ਰਾਂਤੀ ਘਟਦੀ ਹੈ ਸਾਧ ਸੰਗਤ। ਇੱਕ ਬਹੁਤ ਵੱਡੀ ਕ੍ਰਾਂਤੀ ਮੀਨ ਚੇਂਜਿੰਗ, ਤਬਦੀਲੀ। ਜੀਵਨ ਵਿੱਚ ਇੱਕ ਬੜਾ ਉਮਾ ਭਰਿਆ ਫਿਰ ਸਮਾਂ ਆਉਂਦਾ ਹੈ। ਉਹ ਕੀ ਆਉਂਦਾ ਹੈ? ਹਜ਼ੂਰ ਕਹਿੰਦੇ ਨੇ ਹੁਣ ਜੀਵੈ। ਫਿਰ ਅਸਲੀ ਜ਼ਿੰਦਗੀ ਉਦੋਂ ਸ਼ੁਰੂ ਹੋਵੇਗੀ ਜਿੱਦਣ ਵਕਾਰਾਂ ਵੱਲੋਂ ਪੂਰੀ ਤਰ੍ਹਾਂ ਮਰ ਜਾਏ। ਵਕਾਰ ਤੇਰੀ ਜ਼ਿੰਦਗੀ ਚੋਂ ਖਤਮ ਹੋ ਜਾਣਗੇ, ਨਿਸ਼ਤੋ ਨਾਬੂਦ ਹੋ ਜਾਣਗੇ। ਔਰ ਪੂਰੀ ਤਰ੍ਹਾਂ ਖਤਮ ਦਾ ਮਤਲਬ ਪਤਾ ਕੀ ਹੈ? ਅੱਗੇ ਜਾ ਕੇ ਮਹਾਰਾਜ ਖੋਲਦੇ ਨੇ ਬਈ ਉਹਨਾਂ ਨੂੰ ਇੰਪਲੀਮੈਂਟ ਕਰਨਾ। ਕਿਉਂਕਿ ਸਾਡੇ ਸਮਾਜ ਵਿੱਚ ਕੁਝ ਇਸ ਤਰ੍ਹਾਂ ਦੇ ਬਚਨ ਨੇ ਜਿਹੜੇ, ਕਿਉਂਕਿ ਬੇਟੀਆਂ ਭੈਣਾਂ ਮਾਤਾਵਾਂ ਬੈਠੇ ਬਹੁਤ ਖੁੱਲ੍ਹ ਕੇ ਨਹੀਂ ਹੁੰਦੇ, ਉਹਨਾਂ ਨੂੰ ਮੈਂ ਸੰਖੇਪ ਚ ਕਹਾਂ ਇਸ਼ਾਰੇ ਮਾਤਰ ਵੀ, ਉਹਨਾਂ ਨੂੰ ਪ੍ਰੈਕਟੀਕਲ ਨਹੀਂ, ਉਹਨਾਂ ਦੇ ਫੁਰਨੇ ਤੱਕ ਨਹੀਂ ਆਉਣੇ ਚਾਹੀਦੇ। 3 ਤਰ੍ਹਾਂ ਅਸੀਂ ਕਰਮ ਕਰਨੇ ਆ, ਇੱਕ ਮਨ ਕਰਕੇ, ਇੱਕ ਬਚਨਾ ਕਰਕੇ, ਇੱਕ ਕਰਮਾਂ ਕਰਕੇ। ਮੰਨ ਲਿਆ ਵੀ ਕਿਸੇ ਵਿਅਕਤੀ ਨੇ ਸਾਡਾ ਕੋਈ ਨੁਕਸਾਨ ਕੀਤਾ ਹੈ, ਉਹ ਸਾਡੇ ਨਾਲੋਂ ਤਾਕਤਵਰ ਹੈ, ਜ਼ੋਰਾਵਰ ਹੈ, ਸਾਡਾ ਦਿਲ ਤੇ ਕਰਦਾ ਵੀ ਇਹਨੂੰ ਮਾਰ ਹੀ ਦਈਏ, ਪਰ ਕਾਨੂੰਨ ਤੋਂ ਵੀ ਡਰ ਲੱਗਦਾ, ਫਸ ਜਾਵਾਂਗਾ। ਫਿਰ ਕਈ ਵਾਰ ਅਸੀਂ ਮਾਨਸਿਕ ਤੌਰ ਤੇ ਉਹਦਾ ਕਤਲ ਕਰਦੇ ਆ, ਇਹਨੂੰ ਏਦਾਂ ਮਾਰਾਂ, ਇਹਦੇ ਤੇ ਗੱਡੀ ਚਾੜਦੇ ਆ, ਇਹਨੂੰ ਹਨੇਰੇ ਵਿੱਚ ਗੋਲੀ ਮਾਰ ਕੇ ਭੱਜਾਂ, ਇਹਨੂੰ ਏਦਾਂ ਕਰਦੇ ਆ, ਇਹਨੂੰ ਉਦਾਂ ਕਰਦੇ ਆ। ਯਕੀਨ ਜਾਣੋ ਕਤਲ ਤੁਸੀਂ ਫਿਰ ਵੀ ਉਹਦਾ ਕਰ ਦਿੱਤਾ, ਉਹਦਾ ਕਤਲ ਤੁਸੀਂ ਕਰ ਦਿੱਤਾ, ਬੇਸ਼ੱਕ ਮਾਨਸਿਕ ਤੌਰ ਤੇ ਤੁਸੀਂ ਕੀਤਾ। ਜਿਹੜੇ ਉਦੋਂ ਥੋੜੇ ਜਿਹੇ ਹੋਰ ਦਿਲ ਵਧੂ ਹੁੰਦੇ ਨੇ, ਉਹ ਫਿਰ ਥੋੜਾ ਜਿਹਾ ਬਕੜਬਾਦ ਵੀ ਕਰ ਲੈਂਦੇ ਨੇ, ਕਿਤੇ ਮਿਲੇ ਤੇ ਤੈਨੂੰ ਵੇਖ ਲਾਂਗਾ, ਆ ਜਾ ਫਿਰ ਇੱਧਰ ਵੇਖਣਾ ਹੀ ਤੇ। ਔਰ ਜਿਹੜੇ ਉਦੋਂ ਗਾਂਹ ਹੁੰਦੇ ਨੇ ਉਹ ਫਿਰ ਕੰਮ ਹੀ ਕਰ ਦਿੰਦੇ। ਤੋ 3 ਤਰੀਕਿਆਂ ਨਾਲ ਅਸੀਂ ਕਰਮ ਕਰਨੇ ਆ, ਮਨ ਕਰਕੇ, ਬਚਨਾ ਕਰਕੇ ਔਰ ਕਰਮਾਂ ਕਰਕੇ। ਤਿੰਨਾਂ ਦਾ ਆਪਣੀ ਆਊਟਪੁੱਟ ਹੈ। ਐਸਾ ਨਾ ਸਮਝਣਾ ਵੀ ਕਿਸੇ ਦਾ ਕਤਲ ਨਹੀਂ ਕੀਤਾ, ਕਤਲ ਦਾ ਸੰਕਲਪ ਮਨ ਚ ਲਿਆਂਦਾ, ਰੋਜ਼ ਕਰਨੇ। ਸੱਚੀ ਮੁੱਚੀ ਤੇ ਕਤਲ ਇੱਕ ਤਰ੍ਹਾਂ ਹੁੰਦਾ, ਪਰ ਜਿਹਦੇ ਨਾਲ ਨਾ ਬਣੇ ਮਨ ਕਰਕੇ ਤੇ ਉਹਦਾ ਕਤਲ ਅਸੀਂ ਰੋਜ਼ ਕਰਨੇ ਆ। ਇਹਦਾ ਕਾਰੋਬਾਰ ਖਤਮ ਹੋ ਜਾਏ ਨਾ, ਇਹ ਸੜਕ ਤੇ ਆ ਜਾਏ ਨਾ, ਇਹ ਦਰ ਦੇ ਉੱਤੇ ਮੁਹਤਾਜ ਹੋ ਜਾਣ, ਇਦਾਂ ਦੀਆਂ ਗੱਲਾਂ ਵਿਰੋਧੀ ਬਾਰੇ, ਉਹ ਵੀ ਕਰਮ ਹੋ ਰਹੇ ਨੇ, ਉਹ ਵੀ ਅਸੀਂ ਬੀਜ ਰਹੇ ਹਾਂ, ਉਹ ਨਾ ਉਗਣਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਵੀ ਫੁਰਨਾ ਵੀ ਨਾ ਆਉਣ ਦੇ। ਹੁਣ ਫੁਰਨੇ ਕਿਵੇਂ ਰੁਕਣ? ਕੁਝ ਗੱਲਾਂ ਹੁੰਦੀਆਂ ਜਿਹੜੀਆਂ ਸਾਡਾ ਮਾਰਗਦਰਸ਼ਨ ਕੀਤਾ ਹੁੰਦਾ, ਕੁਝ ਗੱਲਾਂ ਪਿਆਰਿਓ ਅਨੁਭਵ ਵਿੱਚੋਂ ਆਉਂਦੀਆਂ ਨੇ। ਉਹ ਅਨੁਭਵ ਕੀ ਹੈ? ਉਹ ਅਨੁਭਵ ਇਹ ਹੈ ਵੀ ਬੈਠੋ, ਬੇਸ਼ੱਕ ਵਾਗਰੂ ਵਾਗਰੂ ਵੀ ਨਾ ਕਰੋ, ਰਾਮ ਰਾਮ ਵੀ ਨਾ ਕਰੋ, ਅੱਲਾ ਅੱਲਾ ਵੀ ਨਾ ਕਰੋ, ਕੁਛ ਨਾ ਕਰੋ। ਫਿਰ ਕੀ ਕਰੀਏ? ਸਿਰਫ ਕੇਅਰ ਕਰੋ ਵੀ ਮੇਰੇ ਅੰਦਰ ਕੀ ਚੱਲ ਰਿਹਾ, ਅੰਦਰ ਨੈਗੇਟਿਵ ਥਾਟ ਆ ਰਹੇ ਨੇ ਕਿ ਪੋਜ਼ਿਟਿਵ ਆ ਰਹੇ, ਅੰਦਰ ਫੁਰਨੇ ਚੰਗੇ ਆ ਰਹੇ ਨੇ ਕਿ ਮਾੜੇ ਆ ਰਹੇ। ਚਲੋ ਕ੍ਰਾਈਮ ਘਟਿਆ ਲੋਕਾਂ ਨੂੰ ਕੇਅਰ ਕਰਨ ਨਾਲ, ਕੈਮਰੇ ਲਾਉਣ ਨਾਲ, ਚੰਗੀ ਗੱਲ ਹੈ। ਬੰਦਾ ਤੇ ਚੋਰੀ ਕਰਕੇ ਮੰਨਦਾ ਹੀ ਨਹੀਂ। ਹੁਣ CCTV ਕੈਮਰਾ ਲੱਗਾ, ਉਹਨੂੰ ਵਿਖਾਇਆ ਜਾਏਗਾ ਵੀ ਭਾਈ ਤੂੰ ਕਿੱਦਾਂ ਕਹਿੰਦਾ, ਆ ਦੇਖ ਤੂੰ ਚੋਰੀ ਕਰ ਰਿਹਾ, ਚੰਗੀ ਗੱਲ। ਪਰ ਕਿੱਡੀ ਚੰਗੀ ਗੱਲ ਹੋਵੇ ਜੇ ਅਸੀਂ ਲੋਕਾਂ ਨੂੰ ਕੇਅਰ ਕਰਨ ਦੇ ਨਾਲ ਨਾਲ ਖੁਦ ਨੂੰ ਵੀ ਕੇਅਰ ਕਰਨਾ ਸ਼ੁਰੂ ਕਰ ਦਈਏ ਵੀ ਮੈਂ ਕੀ ਕਰਨਾ, ਮੇਰੇ ਅੰਦਰ ਕੀ ਚੱਲਦਾ। ਬਹਿਰੂਨੀ ਤੌਰ ਤੇ ਅਸੀਂ ਜੋ ਕਰ ਰਹੇ ਹਾਂ ਸਭ ਕੈਚ ਕਰ ਰਹੇ ਨੇ, ਹਰ ਕੋਨੇ ਤੇ, ਹਰ ਗੁੱਟ ਤੇ, ਹਰ ਚੌਂਕ ਵਿੱਚ, ਹਰ ਗਲੀ ਵਿੱਚ, ਹਰ ਮੁਹੱਲੇ ਵਿੱਚ ਕੈਮਰੇ ਲੱਗੇ ਹੋਏ ਨੇ। ਇਹ ਵੀ ਮੈਂ ਤੁਹਾਨੂੰ ਦੱਸ ਦਿਆਂ, ਕਿਤੇ ਪ੍ਰਗਟ ਲੱਗੇ ਨੇ, ਕਿਤੇ ਖੁਫੀਆ ਵੀ ਲੱਗੇ ਨੇ, ਜਿਹੜੇ ਸਾਨੂੰ ਤੁਹਾਨੂੰ ਨਹੀਂ ਦਿਸਦੇ। ਕ੍ਰਾਈਮ ਕੰਟਰੋਲ ਕਰਨ ਲਈ ਪ੍ਰਸ਼ਾਸਨ ਨੇ ਕਈਆਂ ਥਾਵਾਂ ਤੇ ਇਦਾਂ ਦੇ ਕੈਮਰੇ ਲਾਏ ਹੁੰਦੇ ਜਿਹੜੇ ਤੁਹਾਡੀ ਅੱਖ ਤੋਂ ਓਲੇ ਹੋ ਜਾਂਦੇ। ਚੰਗੀ ਗੱਲ ਹੈ, ਮਾੜੀ ਗੱਲ ਨਹੀਂ। ਪਰ ਸਪਿਰਿਚੁਅਲ ਐਂਗਲ ਤੋਂ ਜੇ ਤੁਸੀਂ ਅੱਗੇ ਵਧਣਾ ਹੈ ਤੇ ਫਿਰ ਖੁਦ ਨੂੰ ਕੇਅਰ ਕਰਨਾ ਸ਼ੁਰੂ ਕਰਨਾ ਪਏਗਾ। ਫੁਰਨੇ ਕਿਵੇਂ ਦੇ ਹੁੰਦੇ? ਆਤਮਾ ਮਹਾਰਾਜ ਉਹੀ ਬਚਨ ਕਰ ਰਹੇ ਨੇ, ਜੀਵਤ ਮਰੈ ਮਰੈ 2 ਵਾਰਾਂ। ਵਕਾਰਾਂ ਵੱਲੋਂ ਮਨੁੱਖ ਮਰ ਜਾਏ ਔਰ ਫਿਰ ਮਰੇ, ਪੂਰੀ ਤਰ੍ਹਾਂ ਮਰ ਜਾਏ, ਚੰਗੀ ਤਰ੍ਹਾਂ ਮਰ ਜਾਏ। ਹੁਣ ਜੀਵੈ, ਫਿਰ ਆਤਮਿਕ ਜੀਵਨ ਸ਼ੁਰੂ ਹੁੰਦਾ, ਅਦਰਵਾਈਜ਼ ਨਹੀਂ ਹੁੰਦਾ।
ऐसे सुन समाया, इस तरह तेरी अवस्था सुन हो जाए। सुन मीन्स शून्य हो जाए, जीरो हो जाए, स्पेस बिल्कुल निर्विचार हो जाए, खाली हो जाए, तेरे अंदर किसी प्रकार का भैड़ा फुरना आना बंद हो जाए, पूरी तरह तू मूंद लिए दरवाजे वाली अवस्था ते पहुंच जाए। हुण मैं सारे दरवाजे, दोवें कन, दोवें अखा, नासका, रसना, त्वचा, गुप्तांग वगैरह उन्होंने पूरी तरह मूंद दिता, पूरी तरह कबाड़ बंद कर दिते। हुण मेरी मर्जी के खिलाफ कोई अंदर एंटर नहीं हो सकता। इनू कहते अफुर अवस्था। फुर, फुर तो मीन फुरने, फुर दे गेतर ऐड़ा अफुर, जिथे फुरने भी ना आउण। ऐसे सुन समाया अंजन माहे निरंजन रहिए। फिर एक होर काम करना, फिर भजना नहीं संसार चो। बई उत्तरांचल के पहाड़ों में जावां कि हिमाचल के पहाड़ों में जावां कि J&K दियां चोटियां ते चढ़ा नाम जपण वास्ते, नहीं, ऐदा नहीं करना, कदाचित नहीं करना। माउंट आबू चला जावां, बड़ी रमणीक जगह राजस्थान में, बड़ा सन्नाटा है, बड़ा एकांत है, उत्थे रब नूं मिल लांगा। सिखिज्म कहता भी नहीं, बिल्कुल ये गलती ते भुल के भी नहीं करनी। फिर की करना है, अंजन माहे निरंजन रहिए। सत्संग अंजन मीन्स कालक। हुण कालक की है, खिमा करना, संसार ये आला दुआला सब कालक है। जग काजल की कोठरी अंध परै तिस माहे। ये सारा संसार काजल की कोठड़ी ते है, ते थोड़ा जिहा तुसीं अवेसले होए ते दाग लग जाना। बहुत कपड़े कुंज के कोई तुरे ते हो सकता है वो बच जाए, अदरवाइज दाग लग जाता है जाने अनजाने। रहना अंजन विचे, रहना कालख विचे, रहना संसार विचे, सुरत निरंकार नाल जोड़नी है। अंजन माहे निरंजन रहिए। निरंजन मैंने निरअंजन, कालख तो रहत। रहना कालख विचे पर कालख नहीं लगन देनी। रहना संसार विचे, खचत नहीं होना, सुरत निरंकार नाल जोड़नी। यह संभव है, यह संभव है। जदों हजूर गुरु नानक साहब महाराज जी का जोगियां नाल संवाद होया, ते वो संवाद जिहड़ा है वो गुरु ग्रंथ साहब विच दर्ज है। रामकली राग विच सिद्ध गोष्ठ बाणी वो दर्ज है। पिछे जाए गुरुद्वारा दशमेश दरबार ब्रैम्पटन, टोरांटो के बैल्ट विच पैंदा है। ब्रैम्पटन पंजाबियों का बड़ा वड्डा गढ़ है। दशमेश दरबार गुरुद्वारा है, काफ़ी संगत जुड़ती है। आम तौर पर उत्थे संगत शाम के दीवान में जुड़ती है, पर उस ब्रैम्पटन एरिए की खासियत है भी उत्थे असल गैदरिंग अमृत वेले की होंदी है, आसाकी वार दी ते शब्द विचार वेले, और लाइव हुंदा उत्थे। एक टीवी है उन्हों का काफ़ी ईस्ट वो सारा नॉर्थ अमेरिका दे विच। वो मैनू कहन लगे जी भी सिद्ध गोष्ठ की विचार करो। एक महीने की उत्थे सेवा सी, वो की, उन्होंने रिकॉर्ड भी की, अपनी उन्होंने साइट पर भी पाई है। तुसी सिद्ध गोष्ठ बाणी पढ़ो। सिद्ध गुरु नानक साहब नूं सवाल करते, अज भी उस सिद्धां दे सवालों नाल रिलेटेड इत्थे बचन है, अंजन माहे निरंजन रहिए। रहना संसार विच, खचत नहीं होना, सुरत निरंकार नाल जोड़नी। जी संभव किस तरह? जोगियां ने भी किंतु कीता सी। जोगियां ने सवाल बहुत किए गुरु नानक। आसा तुसी सिद्ध गोष्ठ पढ़ो, वो बौछाड़ करते हैं सवालों की। हजूर कल्ले ने, वो कई जने ने। एक जना सवाल करता, हजूर जवाब देंदे ने, दो इकट्ठे बोल पैंदे ने। फिर उन्होंने नावां का जिक्र है, चरपट है, लोहारीपा है, दूसरा है, तीसरा है, बाकायदा उन्होंने नावां का मैंशन विच। हुण एक जोगी गुरु नानक साहब नूं सवाल करता है, दूजा करता है, तीजा करता है, चौथा करता है। हजूर छिथे नहीं पैंदे, गुस्सा नहीं करते। वो कहते भी नहीं ना रोस ना कीजै उत्तर दीजै। महाराज कहते मैं रोस करना कदों आ, तुसीं सवाल करो। पर एक गल समझण वाली है, सवाल पता कौन करता है? सवाल करने चाहिए। ऐसा नहीं भी मैं कह रहा भी सवाल नहीं कर, पर हुण सवाल करता कौन है पता है? तुसीं कदी ये किसी नूं सवाल करदे सुनिया भी यार
पता नहीं की गल है, मेरा कारोबार बड़ी चढ़दी कला च जा रहा है। कदी किसी ने प्रश्न किया, कदी किसी ने सवाल किया भी अजकल कारोबार जिहड़ा है मेरी उम्मीद तो ज्यादा प्रफुल्लित हो रहा है, पता नहीं की गल है, बड़ा कारोबार बढ़ रहा है। कदी नहीं कोई पूछेगा यार अजकल पता नहीं की गल है, मेरा शरीर बड़ा तंदुरुस्त रहिंदा, कोई नहीं तुहानूं इस तरह कहेगा। सवाल की होवेगा, यार पता नहीं की गल है, मैं ठीक जिहा नहीं रहिंदा, पता नहीं की गल है, काम चलदा ही कोई नहीं। हुण सिद्धां दी भी विचारे हैगे भले पुरुष ने, रब दी खोज विच निकले ने, साडे नालों कई गुणा चंगे ने, पर विचारे अंदरों दुखी ने, और वो जिहड़े अंदर प्रश्न ने ना, संशय ने, वो गुरु नानक नूं वार-वार करदे, पुछी तुरे जांदे ने, पुछी तुरे जांदे ने। हुण एक स्टेज ते जाके गुरु नानक साहब कहणगे भलिओ 15 20 50 जने इकट्ठे हो के सवाल करी जांदे हो, करी जांदे हो, करी जांदे हो, तुसीं भी तो दसो तुसीं की बला जे, तुसीं तुहाडा की प्रिंसीपल है, सिद्धांत की ने, जीवन नूं कामयाब करन लई तुसीं की करदे। तां फिर एक जोगी ने रहस खोलिया, मैं उम्मीद करांगा तुसीं दिलचस्पी दिखाओगे। कहण लगा महाराज साडा जिहड़ा सिद्धांत है बिल्कुल ब्रीफ विच दसना होवे ते साडा सिद्धांत है भी खाटी बाटी रहे नराले, क्योंकि इत्थे प्रकरण चल रहा है अंजन माहे निरंजन रही है, रहना संसार च भजना नहीं पर खचत नहीं होना, सुरत निरंकार नाल जोड़नी। हुण ध्यान दिया जी, सिद्ध कहंदा हाटी बाटी रहे नराले, साडे प्रिंसीपल साडी विचारधारा है वे भी खलजगन विच नहीं पैना, हट्टी नहीं पानी, दुकानदार नहीं बनना, बाटी बाटिका खेती वाही नहीं करनी। तीन स्रोत ने कमाई दे, साध संगत, वपार, नौकरी ते खेती। इन्हां तिन्नां बारे वो कहंदे ने भी साडे गोरख गुरु ने कहा भी इन्हां तिन्नां चों कुछ नहीं करना, हाटी बाटी रहे नराले, वखरे रहना। क्या बात, हाटी बाटी रहे नराले, रूख बिरख उद्यानो। हुण महाराज कह लगे भी तीन बुनियादी जरूरतां ने, कुल्ली गुल्ली ते जुली, ओहदा की करोगे? आखन लगे भी दरख्तां दे साए हेठ ही गर्मी ते दरख्तां दे साए हेठ ही सर्दी, दरख्तां दे साए हेठ ही बरसात, पतझड़ कटनी ते खाना की है? आखन लगे कंद मूल आहारो खाइए। तुसीं कंद मूल इनसाइक्लोपीडिया च कढो, कंद मूल किहनूं कहिंदे ने? ਉਹ ਪਦਾਰਥ ਜਿਨ੍ਹਾਂ ਦੇ ਪੱਤੇ ਬਾਹਰ ਤੇ ਫਲ ਜ਼ਮੀਨ 'ਚ, ਇਹਨੂੰ ਕੰਦ ਮੂਲ ਕਹਿੰਦੇ ਨੇ। ਉਂਝ ਮਨੁੱਖੀ ਸਰੀਰ ਲਈ ਕੰਦ ਮੂਲ ਕੋਈ ਵੀ ਹੋਵੇ ਉਹ ਬਹੁਤ ਫਿੱਟ ਬੈਠਦਾ। ਮਨੁੱਖੀ ਸਰੀਰ ਲਈ ਕੰਦ ਮੂਲ ਜਿਹੜਾ ਹੈ ਉਹਦੇ ਨਾਲੋਂ ਉੱਤਮ ਕੋਈ ਪਦਾਰਥ ਨਹੀਂਗਾ। ਉਹਦੇ ਵਿੱਚ ਬਹੁਤ ਜ਼ਿਆਦਾ ਤਾਕਤ ਨਹੀਂ, ਉਹਦੇ 'ਚ ਬਹੁਤ ਜ਼ਿਆਦਾ ਕੈਲਰੀਜ਼ ਨਾ ਸਹੀ, ਵਿਟਾਮਿਨ ਨਾ ਸਹੀ, ਮਿਨਰਲ ਨਾ ਸਹੀ, ਪਰ ਇਹ ਮਨੁੱਖ ਨੂੰ ਬਿਮਾਰੀਆਂ ਤੋਂ काफी हद तक बचाता है। कंद मूल कोई भी है, गाजर आ गई, मूली आ गई, चुकंदर आ गया, शलगम आ गया, आलू आ गया, हरेक वो पदार्थ जिहड़ा मिट्टी च और ਉਹਦੇ पत्ते बाहर ने वो कंद मूल है। गाजर मूली खा के गुजारा करना है। ये जोगी गुरु नानक नूं कहंदे ने भी साडा प्रिंसीपल है भी काम नहीं करना, ना खेती करनी है, ना दुकान करनी है, ना व्यापार करना है, ना नौकरी करनी, कुछ नहीं करना, वेले रहना है, पहाड़ां चले जाना है, दरख्तां थल्ले रहना है, कोई कंद मूल कोई फल फूल तोड़ के खा लिया, कोई मिल गया तो बस इदा ही रहना है, होर की करना है। कह लगे हाटी बाटी रहे नराले, रूख, रूख मैंने रुख, बिरख, बिरख मैंने भी वृक्ष है, रूख बिरख उद्यानो, उद्यानो जंगल, कंद मूल आहारो खाइए, अवधु बोले ज्ञानो, अवधु जोगी, तीर्थ नहाइए सुख फल पाइए। ये तो मानसरोवर तक भी पहुंच जाते सन ना, जिहदा हुण रौला है, अद्धा वो चीन कहंदा साडा है, इंडिया कहंदा, ये उत्थों तक पहुंच जाते सन। तीर्थ नहाइए सुख फल पाइए, मैल ना लागे काई। फिर इस तरह करन नाल मैल भी कोई नहीं लगदी, पवित्र बन के रहने। हुण वो कहंदा गोरख पूत लोहारीपा बोले, मैं गोरख दा पुत्र सैंस गोरख दा चेला लोहारीपा। ये कह रहा कि जोग जुगत बिद साई, ये है गुरु नानक जोग दी जुगत, ये ने ये है जोगिज्म, ये ने साडे प्रिंसीपल। मैं फिर एक बारी अर्ज कर दिया, हाटी बाटी रहे नराले, रूख बिरख उद्यानो, कंद मूल आहारो खाइए, अवधु बोले ज्ञानो, तीर्थ नहाइए सुख फल पाइए, मैल ना लागे काई। गोरख पूत लोहारीपा बोले जोग जुगत बिद साई।
ਹੁਣ ਤੁਸੀਂ ਦੱਸੋ ਵੀ ਤੁਹਾਡਾ ਕੀ ਸਿਧਾਂਤ ਹੈ। ਤਾਂ ਮਹਾਰਾਜ ਕਹਿਣ ਲੱਗੇ ਹਾਟੀ ਬਾਟੀ ਨੀਂਦ ਨਾ ਆਵੇ। ਹਾਟੀ ਬਾਟੀ ਨੀਂਦ ਨਾ ਆਵੇ, ਦੁਕਾਨ ਕਰਨੀ ਹੈ, खेती ਕਰਨੀ ਹੈ, ਵਪਾਰ ਕਰਨਾ ਹੈ, ਮੇਰਾ ਵਿਚਾਰ ਇਹ ਹੈ ਵੀ ਸੌਣਾ ਨਹੀਂ। ਸਤਸੰਗ ਧਿਆਨ ਦਿਆ ਜੀ। ਹੱਟੀ ਤੇ ਕਦੀ ਕੋਈ ਸੁੱਤਾ ਵੇਖਿਆ? ਗੁਰਦੁਆਰੇ ਤੇ ਕੋਈ ਸੌਂ ਸਕਦਾ? ਇੱਥੇ ਕੀ ਫਰਕ ਪੈਣਾ? ਕੋਈ ਘਾਟਾ ਥੋੜਾ ਪੈਣਾ ਸੌਣ ਨਾਲ। ਹੱਟੀ ਤੇ ਕੋਈ ਨਹੀਂ ਸੌਂਦਾ। ਹੱਟੀ ਤੇ ਬੈਠੇ ਦੀ ਕਿਸੇ ਦੀ ਅੱਖ ਨਹੀਂ ਲੱਗਦੀ, ਕਿਸੇ ਨੂੰ ਉਂਗਲਾਟ ਨਹੀਂ ਆਉਂਦਾ। ਕਿਉਂ? ਕਿਉਂਕਿ ਵੇਅਰ ਦੇਰ ਇਜ਼ ਏ ਵਿਲ ਦੇਰ ਇਜ਼ ਏ ਵੇ। ਉੱਥੇ ਤੇ ਵਿਲ ਹੈ, ਉੱਥੇ ਨੀਂਦ ਕਿਵੇਂ ਆਵੇਗੀ? ਫਿਰ ਮਹਾਰਾਜ ਕਿਉਂ ਕਹਿ ਰਹੇ ਨੇ ਵੀ ਹੱਟੀ ਤੇ ਬੈਠਿਆ ਨੀਂਦਰ ਨਹੀਂ ਆਉਣੀ ਚਾਹੀਦੀ? ਉੱਥੇ ਵੀ ਇੱਕ ਨੀਂਦਰ ਆਉਂਦੀ ਏ, ਉਹ ਸ਼ਾਰੀਰਿਕ ਨੀਂਦਰ ਨਹੀਂ, ਉਹ ਗਾਫਲਤਾ ਦੀ ਨੀਂਦਰ ਹੈ। ਬੰਦਾ ਹੱਟੀ ਤੇ ਬੈਠਾ ਹੈ, ਉਹਨੂੰ ਰੱਬ ਨਹੀਂ ਭੁੱਲਣਾ ਚਾਹੀਦਾ। ਬੰਦਾ ਹੱਟੀ ਤੇ ਬੈਠਾ, ਉਹਨੂੰ ਮੌਤ ਨਹੀਂ ਭੁੱਲਣੀ ਚਾਹੀਦੀ। ਮੌਤ ਕਦੀ ਵੀ ਆ ਸਕਦੀ ਹੈ। ਔਰ ਜਿਹਨੂੰ ਮੌਤ ਯਾਦ ਰਵੇ ਨਾ, ਉਹਨੂੰ ਰੱਬ ਵੀ ਯਾਦ ਰਹਿੰਦਾ। ਗੁਰਬਾਣੀ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਗਲੈਮਰ ਨਹੀਂ ਮਿਲੇਗਾ, ਮੈਨੂੰ ਮਾਫ ਕਰਨਾ। ਇੱਥੇ ਥੋੜਾ ਜਿਹਾ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਤੁਹਾਨੂੰ ਥੋੜਾ ਜਿਹਾ ਅਲਰਟ ਕਰ ਦੇਣ, ਥੋੜਾ ਜਿਹਾ ਤੁਸੀਂ ਵਕਤੀ ਤੌਰ ਤੇ ਉਦਾਸ ਜਿਹਾ ਵੀ ਹੋ ਜਾਓ। ਮੌਤ ਦੀ ਗੱਲ ਸੁਣ ਕੇ ਕੌਣ ਖੁਸ਼ ਹੁੰਦਾ? ਹੁਣ ਤਾਂ ਅਸੀਂ ਰੋਜ਼ ਸੁਣ ਕੇ ਪ੍ਰਪੇਅਰ ਹੋ ਗਏ ਹਾਂ। ਜਦੋਂ ਛੋਟਾ ਜਿਹਾ ਬੱਚਾ, ਕੋਈ ਪਹਿਲੀ ਵਾਰ ਮਹਾਤਮਾ ਬੁੱਧ ਛੋਟਾ ਜਿਹਾ ਬੱਚਾ ਸੀ ਔਰ ਕੋਈ ਅਰਥੀ ਲੈ ਕੇ ਲੰਘਿਆ, ਤੇ ਉਹ ਜਿਹੜਾ ਨੌਕਰ ਉਹਨੂੰ ਨਾਲ ਸੀ ਉਹਦੇ, ਉਹ ਕਹਿਣ ਲੱਗਾ ਵੀ ਇਹ ਕੀ ਹੈ? ਇਹ ਆਖਣ ਲੱਗਾ ਵੀ ਇਹ ਅਰਥੀ ਹੈ। ਕਹਿਣ ਲੱਗਾ ਅਰਥੀ ਕੀ ਹੁੰਦੀ ਹੈ? ਉਹ ਕਹਿਣ ਲੱਗਾ ਵੀ ਜਦੋਂ ਕੋਈ ਬੰਦਾ ਮਰ ਜਾਂਦਾ ਹੈ, ਉਹਨੂੰ ਲੈ ਕੇ ਜਾਂਦੇ ਨੇ, ਉਹਨੂੰ ਅਰਥੀ ਕਹਿੰਦੇ ਨੇ, ਜਨਾਜ਼ਾ ਕਹਿੰਦੇ ਨੇ। ਉਹ ਕਹਿੰਦੇ ਵੀ ਬੰਦਾ ਮਰ ਵੀ ਜਾਂਦਾ? ਉਹ ਕਹਿੰਦੇ ਹਾਂ, ਤੇਰੇ ਸਾਹਮਣੇ ਮਰ ਗਿਆ। ਉਹ ਕੋਮਲ ਹਿਰਦਾ ਸੀ, ਉਹ ਚੋਟ ਖਾ ਗਿਆ। ਉਥੋਂ ਉਹਦੇ ਜੀਵਨ ਦੇ ਵਿੱਚ ਇੱਕ ਬਹੁਤ ਵੱਡੀ ਕ੍ਰਾਂਤੀ ਆਈ। ਉਹ ਫਕੀਰ ਹੋ ਗਿਆ, ਜੰਗਲਾਂ ਚਲਾ ਗਿਆ। ਕਦੀ ਕਦੀ ਮਨੁੱਖ ਦੇ ਅੰਦਰ ਅਵਸਥਾ ਐਸੀ ਹੁੰਦੀ ਹੈ ਬਈ ਉਹ ਛੋਟੀ ਜੀ ਗੱਲ ਹੀ ਬਹੁਤ ਜ਼ਿਆਦਾ ਕੰਮ ਕਰਦਾ। ਇੱਕ ਦਿਨ ਟੁੱਟਾ ਫੁੱਲ ਟੁੱਟ ਕੇ ਡਿੱਗਦਾ ਵੇਖਿਆ, ਇੱਕ ਦਿਨ ਇੱਕ ਕੁੱਬਾ ਬੰਦਾ ਵੇਖਿਆ। ਉਦੋਂ ਵੀ ਉਹਨੇ ਪੁੱਛਿਆ ਵੀ ਫੁੱਲ ਕਿਉਂ ਡਿੱਗਾ? ਇਹ ਬੰਦਾ ਕੁੱਬਾ ਕਿਉਂ ਹੋ ਗਿਆ? ਉਹ ਕਹਿਣ ਲੱਗਾ ਸਾਰੇ ਕੁੱਬੇ ਹੁੰਦੇ, ਤੂੰ ਵੀ ਹੋਣਾ, ਮੈਂ ਵੀ ਹੋਣਾ, ਸਮਾਂ ਹੋਣਾ। ਅਰਥੀ ਵੇਖੀ। ਇਹ ਤਿੰਨ ਘਟਨਾਕ੍ਰਮ ਸਨ ਜਿਨੇ ਸਮਰਾਟ ਨੂੰ ਫਕੀਰ ਬਣਾ ਦਿੱਤਾ। ਖੈਰ ਉਹ ਮੇਰਾ ਵਿਸ਼ਾ ਨਹੀਂ, ਮੈਂ ਫਿਰ ਤੁਹਾਡੀ ਸੁਰਤ ਇੱਧਰ ਲਿਆਵਾਂ। ਹਜ਼ੂਰ ਕਹਿਣ ਲੱਗੇ ਮੇਰਾ ਮਤ ਇਹ ਹੈ ਵੀ ਬੰਦੇ ਨੂੰ ਕਿਰਤ ਤੇ ਕਰਨੀ ਹੀ ਚਾਹੀਦੀ ਹੈ। ਸਿੱਖੀਜ਼ਮ ਦੀ ਬੁਨਿਆਦ ਕੀ ਹੈ ਪਿਆਰਿਓ? ਕੋਈ ਕਹੇ ਮੇਰੇ ਕੋਲ ਬਹੁਤਾ ਸਮਾਂ ਨਹੀਂ, ਤੁਹਾਡੀਆਂ ਲੰਮੀਆਂ ਚੌੜੀਆਂ ਕਥਾ, ਵਿਸਥਾਰ ਸਹਿਤ ਭੂਮਿਕਾ, ਫਿਰ ਪ੍ਰਮਾਣ, ਲਟਰਮ ਪਟਰ, ਮੇਰੇ ਕੋਲ ਨਹੀਂ ਹੈ ਨਾ। ਮੈਨੂੰ ਟੂ ਦਾ ਪੁਆਇੰਟ ਦੱਸੋ, ਸਿੱਖੀਜ਼ਮ ਕੀ ਹੈ? ਤੇ ਟੂ ਦਾ ਪੁਆਇੰਟ ਕਿਸੇ ਨੂੰ ਦੱਸਣਾ ਹੋਵੇ ਤਾਂ ਕੀ ਕਹੋਗੇ? ਵੀ ਸਿੱਖੀਜ਼ਮ ਇਹ ਹੈ ਧਰਮ ਦੀ ਕਿਰਤ ਕਰੋ। ਆਮ ਤੌਰ ਤੇ ਪ੍ਰਚਾਰਕ ਕਹਿੰਦੇ ਨੇ ਦੂਜੇ ਨੰਬਰ ਤੇ ਨਾਮ ਜਪੋ। ਮੈਂ ਕਹਿੰਦਾ ਨਹੀਂ, ਧਰਮ ਦੀ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਧਰਮ ਦੀ ਕਿਰਤ ਕਰੋਗੇ, ਵੰਡ ਕੇ ਛਕੋਗੇ ਤੇ ਜਪਿਆ ਜਾਏਗਾ, ਅਦਰਵਾਈਜ਼ ਨਹੀਂ ਜਪਿਆ ਜਾਏਗਾ। ਪ੍ਰੈਕਟੀਕਲ ਕਰਕੇ ਵੇਖ ਲਓ। ਤੁਸੀਂ ਆਪਣੇ ਘਰ ਦੇ ਵਿੱਚ ਹੋ, ਤੁਹਾਡੇ ਇਸ ਪਾਸੇ ਵੀ ਇੱਕ ਘਰ ਹੈ, ਇਸ ਪਾਸੇ ਦੋਵੇਂ ਗੁਆਂਢੀ ਭੁੱਖੇ ਸੁੱਤੇ ਨੇ, ਔਰ ਉਹਨਾਂ ਦੇ ਜਿਹੜੇ ਨੈਗੇਟਿਵ ਵਾਈਬ੍ਰੇਸ਼ਨ ਆ ਰਹੇ ਨੇ ਨਾ, ਉਹ ਤੁਹਾਨੂੰ ਨਾਮ ਨਹੀਂ ਜਪਣ ਦੇਣਗੇ, ਉਹ ਤੁਹਾਨੂੰ ਬੇਚੈਨ ਕਰ ਦੇਣਗੇ। ਬਹੁਤ ਵਾਰੀ ਕੁਛ ਵੀ ਨਹੀਂ ਹੁੰਦਾ, ਸਭ ਠੀਕ ਚੱਲ ਰਿਹਾ ਹੁੰਦਾ ਨਾ, ਅਸੀਂ ਬੇਚੈਨ ਹੋ ਜਾਂਦੇ। ਉਹਦੀ ਕੀ ਵਜ੍ਹਾ ਹੈ? ਆਲੇ ਦੁਆਲੇ ਬੇਚੈਨ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ, ਔਰ ਇਹ ਚੀਜ਼ਾਂ ਐਕਸਰੇ ਵਿੱਚ ਨਹੀਂ ਆਉਂਦੀਆਂ, ਕੈਮਰੇ ਵਿੱਚ ਨਹੀਂ ਆਉਂਦੀਆਂ। ਇਹ ਵਾਈਬ੍ਰੇਸ਼ਨ ਕੰਧਾਂ ਟੱਪ ਕੇ ਅੰਦਰ ਆ ਜਾਂਦੇ ਨੇ ਔਰ ਸਾਨੂੰ ਪਰੇਸ਼ਾਨ ਕਰ ਦਿੰਦੇ। ਥੋੜਾ ਬਹੁਤਾ ਇਹਨਾਂ ਦਾ ਬਚਾਅ ਹੋ ਸਕਦਾ ਹੈ ਜੇ ਧੀਮੀ ਜੀ ਬਾਣ ਵਿੱਚ ਅੰਦਰ ਕੀਰਤਨ ਲੱਗਾ ਹੋਵੇ, ਕੋਈ ਚੰਗਾ ਪਾਠ ਹੋ ਰਿਹਾ ਹੋਵੇ, ਵਿਚਾਰ ਹੋ ਰਿਹਾ ਹੋਵੇ, ਤੇ ਉਹ ਥੋੜਾ ਜਿਹਾ ਉਹਨਾਂ ਨੂੰ ਧੱਕਾ ਦਿੰਦਾ ਹੈ, ਥੋੜਾ ਜਿਹਾ ਉਹਨਾਂ ਨੂੰ ਰੋਕਦਾ। ਅਦਰਵਾਈਜ਼ ਉਹ ਸਾਰੇ ਅੰਦਰ ਆ ਜਾਂਦੇ। ਇਹ ਵੀ ਮੈਂ ਕਰਦਾ। ਅੰਦਰ ਚੰਗਾ ਕੁਝ ਹੋ ਰਿਹਾ ਹੈ, ਫਿਰ ਥੋੜੀ ਜਿਹੀ ਉਹਨਾਂ ਨੂੰ ਰੁਕਾਵਟ ਹੁੰਦੀ ਹੈ, ਨਹੀਂ ਤੇ ਉਹ ਨੈਗੇਟਿਵ ਵਾਈਬ੍ਰੇਸ਼ਨ ਸਾਰੇ ਤੁਹਾਡੇ ਅੰਦਰ ਆ ਤੁਹਾਨੂੰ ਵੀ ਬੇਚੈਨ ਕਰ ਦੇਣ। ਮੇਰਾ ਮੰਨਣਾ ਇਹ ਹੈ ਵੀ ਤੁਸੀਂ ਕੋਈ ਵੀ ਕਿਰਤ ਕਰੋ, ਗਾਫਲਤਾ ਦੀ ਨੀਂਦ ਵਿੱਚ ਨਾ ਸੌਂ। ਹਾਟੀ ਬਾਟੀ ਨੀਂਦ ਨਾ ਆਵੇ। ਹਲ ਵਾਹੁੰਦਾ ਕੋਈ ਬੰਦਾ ਸੌਂਦਾ, ਟਰੈਕਟਰ ਚਲਾਉਂਦਾ ਸੌਂਦਾ, ਪਰ ਹਾਂ ਟਰੈਕਟਰ ਚਲਾਉਂਦਾ ਵੀ ਬੰਦਾ ਰੱਬ ਨੂੰ ਭੁੱਲ ਸਕਦਾ। ਰੱਬ ਨੂੰ ਭੁੱਲਣਾ ਗਾਫਲਤਾ ਦੀ ਨੀਂਦ ਸੌਣਾ।
ਇਹ ਹੈ ਸੋਹਣਾ। ਪਰ ਕਰ ਚਿੱਤ ਨਾ ਡੁਲਾਈ, ਤੁਸੀਂ ਜੋਗੀ ਤੇ ਬਣ ਜਾਂਦੇ। ਹੁਣ ਹਮਜਾ ਗੌਸ਼ ਸਿਆਲਕੋਟ ਵਾਲਾ ਜੋਗੀ ਹੋਈ ਸੀ। ਕੋਈ ਜੋੜਾ ਆਇਆ ਤੇ ਉਹਨਾਂ ਆਖਿਆ ਵੀ ਬਾਬਾ ਜੀ ਕਿਰਪਾ ਕਰੋ, ਘਰ ਵਿੱਚ ਸੰਤਾਨ ਕੋਨੀ, ਔਲਾਦ ਕੋਨੀ, ਅਰਦਾਸ ਕਰੋ ਸਾਡਾ ਬੱਚਾ ਹੋਵੇ। ਵਾਹਿਗੁਰੂ ਵਾਹਿਗੁਰੂ। ਇੱਕ ਵਾਰੀ ਆਖੋ ਸਤਨਾਮ ਸ੍ਰੀ, ਫਿਰ ਆਖੋ ਸਤਨਾਮ ਸ੍ਰੀ। ਬੱਚਾ ਨਾ ਹੋਵੇ, ਬੱਚਿਆਂ ਨੂੰ ਵੇਖ ਕੇ ਬੰਦੇ ਦਾ ਦਿਲ ਕਰਦਾ ਮੇਰੇ ਵੀ ਬੱਚੇ ਹੋਣ, ਮੇਰੀ ਵੀ ਬੇਟੀ ਹੋਵੇ, ਮੇਰਾ ਵੀ ਬੇਟਾ ਹੋਵੇ। ਪਹਿਲਾਂ ਤੇ ਬੇਟੀਆਂ ਬਾਰੇ ਸਾਡੇ ਹੋਰ ਵਿਚਾਰ ਸਨ, ਹੁਣ ਬਦਲ ਗਏ ਨੇ। ਬੜੀ ਚੰਗੀ ਗੱਲ ਹੈ, ਕਿਉਂਕਿ ਅਸਲੀਅਤ ਇਹ ਹੈ ਬਈ ਬੇਟੀ ਦਾ ਮੁਕਾਬਲਾ, ਵੀਰੋ ਬੇਟੀ ਦਾ ਮੁਕਾਬਲਾ ਹੈ ਹੀ ਨਹੀਂ। ਕਦੀ ਇਮਾਨਦਾਰੀ ਨਾਲ ਤੁਸੀਂ ਐਨਾਲਿਸਿਸ ਕਰਕੇ ਵੇਖਿਆ ਹੈ, ਬੇਟੇ ਵੀ ਚੰਗੇ ਹੁੰਦੇ ਪਰ ਬੇਟੀ ਦਾ ਮੁਕਾਬਲਾ ਨਹੀਂ। ਹੁਣ ਤੱਕ ਦਾ ਐਨਾਲਿਸਿਸ ਇਹ ਕਹਿੰਦਾ ਧੀ ਦਾ ਮੁਕਾਬਲਾ ਨਹੀਂ, ਭੈਣ ਦਾ ਮੁਕਾਬਲਾ ਨਹੀਂ, ਮਾਂ ਦਾ ਮੁਕਾਬਲਾ ਨਹੀਂ। ਅਨਰਥ ਕੀਤਾ ਅਸੀਂ ਜੁਗਾਂ ਜਗਾਂਤਰਾਂ ਤੋਂ ਇਹਦੇ ਨਾਲ, ਪਰ ਹੁਣ ਅਸੀਂ ਵਾਪਸ ਆਏ ਹਾਂ। ਦੇਰ ਆਏ ਦਰੁਸਤ ਆਏ। ਤੁਸੀਂ ਵਿਆਹ ਤੇ ਨਹੀਂ ਕਰਾਉਂਦੇ, ਪਰ ਫਿਰ ਲੋਕਾਂ ਦਾ ਘਰ ਵੇਖ ਕੇ, ਇਸਤਰੀ ਵੇਖ ਕੇ, ਬੱਚੇ। ਹਮਜਾ ਗੌਸ਼ ਕੋਲ ਜੋੜਾ ਆਇਆ, ਮਹਾਰਾਜ ਸੰਤਾਨ, ਇਹਨੇ ਆਖਿਆ ਵੀ ਗੱਲ ਬਣ ਗਈ। ਆਖਣ ਲੱਗਾ ਵੇਖੋ ਮੁੰਡਾ ਹੋਵੇਗਾ ਤੁਹਾਡੇ ਘਰ, ਪਰ ਉਹ ਮੁੰਡਾ ਮੈਨੂੰ ਦੇਣਾ ਪਏਗਾ। ਹੁਣ ਮਮਤਾ ਮਾਰੀ ਮਾਂ ਕਹਿਣ ਲੱਗੀ ਬਾਬਾ ਜੀ ਤੁਹਾਨੂੰ ਦੇ ਦਿਆਂ, ਮੈਂ ਕਦੀ ਕਦੀ ਤੁਹਾਡੇ ਡੇਰੇ ਤੇ ਆ ਕੇ ਵੇਖ ਜਾਂ ਕਰਾਂਗੀ। ਪਿਆਰਿਓ, ਇਕਾਗਰਤਾ ਵਿੱਚ ਸਹਿਯੋਗ ਬਖਸ਼ਿਆ ਕਰੋ, ਡਿਸਟਰਬ ਨਾ ਕਰਿਆ ਕਰੋ। ਇੱਕ ਵਾਰੀ ਫਿਰ ਸਾਰੀ ਸੰਗਤ ਕਿਰਪਾ ਕਰੋ, ਆਖੋ ਸਤਨਾਮ ਸ੍ਰੀ। ਕਰਨਾ ਕੁਦਰਤ ਦਾ ਬੱਚਾ ਹੋ ਗਿਆ। ਜੋਗੀ ਨੂੰ ਪਤਾ ਲੱਗਾ, ਉਹਨੇ ਘਰ ਘੇਰਾ ਮਾਰਿਆ, ਬੱਚਾ ਠੀਕ ਹੈ? ਉਹਨਾਂ ਹਜੀ ਠੀਕ ਹੈ। ਬਾਬਾ ਜੀ ਹੁਣ ਬੱਚੇ ਨੂੰ ਦੁੱਧ ਵੀ ਪਿਆਣਾ ਹੈ, ਜੇ ਪਲਣਾ ਨਹੀਂ, ਥੋੜਾ ਵੱਡਾ ਹੋ ਜਾਏਗਾ ਤੇ ਛੱਡ ਜਾਾਂਗੇ। ਆਖਣ ਲੱਗਾ ਠੀਕ ਹੈ। ਸਾਲ 2 ਸਾਲ 4 ਸਾਲ 5 ਸਾਲ ਲੰਘ ਗਏ, 7 ਸਾਲ 10 ਸਾਲ ਲੰਘ ਗਏ। ਹੁਣ ਬੱਚਾ ਛੱਡ ਦਿਓ ਡੇਰੇ ਤੇ। ਬਾਬਾ ਜੀ ਛੱਡ ਦੇਣੇ। ਫਿਰ ਗੇੜਾ ਮਾਰਿਆ, ਤੁਸੀਂ ਛੱਡ ਕੇ ਨਹੀਂ ਗਏ? ਬਾਬਾ ਜੀ ਉਹ ਇਹਦੇ ਨਾਨਕੇ ਆ ਗਏ ਸਨ ਤੇ ਉਹ ਆਨੇ ਬਾਨੇ ਵਿਚਾਰੀ ਬਣਾਏ, ਛੱਡ ਜਾਾਂਗੇ। ਇੱਕ ਦਿਨ ਉਹਨੇ ਸਖਤੀ ਨਾਲ ਕਿਹਾ ਵੀ ਤੁਸੀਂ ਬੱਚਾ ਛੱਡਣਾ ਹੈ ਕਿ ਨਹੀਂ? ਤੇ ਉਹ ਕਹਿਣ ਲੱਗੀ ਬਾਬਾ ਜੀ ਕਦੀ ਬੱਚੇ ਵੀ ਛੱਡੇ ਗਏ ਨੇ। ਉਦੋਂ ਮੈਂ ਕਹਿ ਬੈਠੀ ਤੁਸੀਂ ਕੋਈ ਮਾਇਆ ਕਵੋ ਤੁਹਾਨੂੰ ਲੈ ਦਿੰਦੇ ਆ, ਬਸਤਰ ਲੈ ਦਿੰਦੇ ਆ, ਕੋਈ ਹੋਰ ਸੇਵਾ ਕਵੋ ਕਰ ਦਿੰਦੇ ਆ। ਹੁਣ ਪੁੱਤਰ ਤੇ ਨਹੀਂ ਨਾ ਦਿੱਤੇ ਜਾਂਦੇ। ਜੋਗੀ ਨਾਰਾਜ਼ ਹੋ ਗਿਆ, ਉਹ ਬੈਠ ਗਿਆ ਹੇਠਾਂ ਭੋਰੇ 'ਚ ਜਾ ਕੇ, ਕਹਿਣ ਲੱਗਾ ਵੀ ਮੈਂ 40 ਦਿਨ ਤਪੱਸਿਆ ਕਰਾਂਗਾ, ਜਦੋਂ ਬਾਹਰ ਨਿਕਲਾਂਗਾ ਸਾਰਾ ਸਿਆਲਕੋਟ ਭਸਮ ਕਰ ਦਿਆਂਗਾ। 40 ਕੱਟ ਰਿਹਾ ਔਰ 40 ਦਿਨ ਕੁਝ ਖਾਣਾ ਨਹੀਂ, ਕੁਝ ਪੀਣਾ ਨਹੀਂ। ਹਜ਼ੂਰ ਗੁਰੂ ਨਾਨਕ ਨੂੰ ਪਤਾ ਲੱਗਾ, ਭਾਈ ਮਰਦਾਨੇ ਨੂੰ ਲੈ ਕੇ ਸਿਆਲਕੋਟ, ਉਹ ਬੇਰ ਬਾਹਰ ਬੇਰੀ ਸੀ, ਉੱਥੇ ਹਜ਼ੂਰ ਜਾ ਬੈਠੇ। ਜਿਸਲੇ ਜਾ ਬੈਠੇ ਤੇ ਕੀਰਤਨ ਸ਼ੁਰੂ ਕੀਤਾ। ਕੀਰਤਨ ਦੀ ਸੱਦ ਸੁਣ ਕੇ ਬਾਹਰ ਆਇਆ ਤੇ ਮਹਾਰਾਜ ਨੇ ਬਚਨ ਬਲਾਸ ਉਹਦੇ ਨਾਲ ਕੀਤੇ। ਆਖਣ ਲੱਗੇ ਵੀ ਇਹ ਕੀ ਅਨਰਥ ਕਰਨ ਜਾ ਰਿਹਾ ਹੈ? ਆਖਣ ਲੱਗਾ ਕਿ ਇਹ ਝੂਠਿਆਂ ਦਾ ਸ਼ਹਿਰ ਹੈ, ਇਹ ਲੋਕ ਚੀਟਰ ਟਾਈਪ ਨੇ। ਮਹਾਰਾਜ ਕਹਿਣ ਲੱਗੇ ਕਿਵੇਂ? ਆਖਣ ਲੱਗੇ ਨਾ ਮੇਰੇ ਨਾਲ ਵਾਅਦਾ ਕੀਤਾ ਸੀ ਬੱਚਾ ਦੇਣ ਦਾ, ਤੇ ਹੁਣ ਇਹ ਮੁੱਕਰ ਗਏ ਨੇ, ਮੈਂ ਸਾਰਾ ਸ਼ਹਿਰ ਹੀ ਭਸਮ ਕਰ ਦੇਣਾ। ਮਹਾਰਾਜ ਕਹਿਣਗੇ ਵੀ ਗਲਤੀ ਤੇ ਇੱਕ ਦੀ ਹੈ। ਪਹਿਲੀ ਗੱਲ, ਸਾਰੇ ਸ਼ਹਿਰ ਦੀ ਗਲਤੀ ਨਹੀਂ, ਤੇ ਦੂਜੀ ਗੱਲ, ਜੇ ਬੱਚੇ ਏਡੇ ਹੀ ਚੰਗੇ ਲੱਗਦੇ ਨੇ ਤੇ ਫਿਰ ਗ੍ਰਸਥ ਆਸ਼ਰਮ ਧਾਰਨ ਕਰਨ ਵਿੱਚ ਹਰਜ ਕੀ ਹੈ? ਜੇ ਵਲਸ਼ਲ ਕਰਕੇ ਦੂਜਿਆਂ ਦੇ ਬੱਚਿਆਂ ਤੇ ਕਬਜ਼ਾ ਕਰਨਾ ਹੈ, ਆਪਣੇ ਬੱਚੇ ਹੋ ਜਾਣ ਤੇ ਹਰਜ ਕੀ ਹੈ? ਇਹ ਫਲਸਫਾ ਸਾਨੂੰ ਸਿੱਖੀਜ਼ਮ ਨੇ ਦਿੱਤਾ, ਕਿਉਂਕਿ ਕਿਤੇ ਨਾ ਕਿਤੇ ਅਚੇਤ ਮਨ 'ਚ ਇਹ ਅਟਰੈਕਸ਼ਨ ਇਸਤਰੀ ਦੀ, ਬੇਟੀ ਦੀ, ਬੇਟੇ ਦੀ, ਮੈਨੂੰ ਖਿਮਾ ਕਰਨ, ਉਹ ਰਹਿੰਦੀ ਏ। ਤੇ ਹਜ਼ੂਰ ਕਹਿੰਦੇ ਫਿਰ ਅਨਰਥ ਕਰਦਾ ਫਿਰੇਗਾ, ਪੂਰੇ ਸ਼ਹਿਰ ਗਰ ਕਰਨ ਤੇ ਤੁਲ ਜਾਏਗਾ। ਇਹ ਤੂੰ ਚੰਗਾ ਹੈ ਵੀ ਤੂੰ ਗ੍ਰਸਤੀ ਹੋ ਜਾ, ਗ੍ਰਸਤੀ ਹੋ ਜਾ। ਮਹਾਰਾਜ ਕਹਿੰਦੇ ਨੇ ਪਰ ਕਰ ਚਿੱਤ ਨਾ ਡੁਲਾਈ। ਜੇ ਚਿੱਤ ਡੁਲਾਨਾ ਹੈ ਤੇ ਫਿਰ ਤੂੰ ਵੀ ਪਰਿਵਾਰ ਵਾਲਾ ਹੋ ਜਾ। ਜੋ ਗ੍ਰਹਿ ਕਰੇ ਤੋ ਧਰਮ ਕਰ, ਨਹੀਂ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਅਪਾਗ। ਹਾਟੀ ਬਾਟੀ ਨੀਂਦ ਨਾ ਆਵੇ, ਪਰ ਕਰ ਚਿੱਤ ਨਾ ਡੁਲਾਈ। ਜੇ ਹੁਣ ਜੋਗੀ ਬਣ ਗਿਆ, ਹੁਣ ਦੂਜਿਆਂ ਦੇ ਬੇਟੇ ਬੇਟੀਆਂ ਵੇਖ ਕੇ ਚੇਤਨਾ ਨਾਲ ਇਹ ਬੇਟੀ ਮੇਰੀ ਧੀ ਬਣ ਜਾਏ, ਇਹ ਬੱਚਾ ਮੇਰਾ ਪੁੱਤਰ ਬਣ ਜਾਏ, ਇਹ ਇਸਤਰੀ ਮੇਰੀ ਇਸਤਰੀ ਬਣ ਜਾਏ, ਖਿਮਾ ਕਰਨਾ। ਫਿਰ ਜੇ ਇਸ ਤਰ੍ਹਾਂ ਹੀ ਕਰਨਾ ਤੇ ਫਿਰ ਤੂੰ ਸ਼ਾਦੀ ਕਰ ਲੈਂਦਾ। ਪਰ ਕਰ ਚਿੱਤ ਨਾ ਡੁਲਾਈ,
ਬਿਨ ਨਾਮੇ ਮਨ ਟੇਕ ਨਾ ਟਿਕੀ। ਤੀਰਥਾਂ ਤੇ ਇਸ਼ਨਾਨ ਕਰਨ ਨਾਲ ਮਨ ਤੇ ਨਹੀਂ ਟਿਕਦਾ, ਇਹ ਤੇ ਨਾਮ ਜਪਿਆ ਟਿਕਦਾ। ਨਾਨਕ ਭੂਖ ਨਾ ਜਾਈ। ਤੂੰ ਕਹਿੰਦਾ ਕੰਧ ਮੂਲ ਖਾਂਦੇ ਆ, ਇਹ ਤੇ ਜਿੰਨਾ ਖਾਈਏ ਭੁੱਖ ਹੋਰ ਵੱਧਦੀ ਹੈ। ਭੁੱਖਾ ਜੱਟ ਮੂਲੀਆਂ ਖਾਏ ਤੇ ਮੂਲੀ ਹੋਰ ਭੁੱਖ ਵਧਾਏ। ਕੰਧ ਮੂਲ ਨਾਲ ਭੁੱਖ ਮਿਟਦੀ ਘੱਟ ਹੈ, ਖਿਮਾ ਕਰਨਾ ਭੁੱਖ ਲੱਗਦੀ ਜ਼ਿਆਦੀ ਹੈ। ਖਾਣਾ ਚਾਹੀਦਾ, ਮੈਂ ਨਹੀਂ ਕਹਿੰਦਾ ਨਹੀਂ ਖਾਣਾ ਚਾਹੀਦਾ, ਪਰ ਇਹ ਭੁੱਖ ਨੂੰ ਹੋਰ ਵਧਾਉਂਦਾ ਹੈ। ਨਾਨਕ ਭੂਖ ਨਾ ਜਾਈ। ਹਾਟ ਪਟਣ ਘਰ ਗੁਰੂ ਦਿਖਾਇਆ। ਹੱਟੀ ਪਟਣ ਮੈਨੇ ਸ਼ਹਿਰ, ਘਰ ਜਿਵੇਂ ਇੱਕ ਵਪਾਰੀ ਵੱਡੇ ਸ਼ਹਿਰ ਚੋਂ ਪਟਣ ਚੋਂ ਥੋਕ ਦਾ ਸਮਾਨ ਖਰੀਦ ਕੇ ਅੱਗੇ ਲਿਆ ਕੇ ਪ੍ਰਚੂਨ ਚ ਵੇਚਦਾ, ਇਸ ਤਰ੍ਹਾਂ ਆਤਮਕ ਵਪਾਰ ਕਰਨ ਲਈ ਉਹ ਸ਼ਹਿਰ, ਉਹ ਹੱਟੀ, ਉਹ ਸਾਰਾ ਵਸੇਬਾ ਹਿਰਦੇ ਘਰ ਵਿੱਚ ਹੀ ਮੈਨੂੰ ਵਾਹਿਗੁਰੂ ਨੇ ਵਿਖਾ ਦਿੱਤਾ। ਇਸ ਲਈ ਸਹਿਜੇ ਸੱਚ ਵਪਾਰੋ, ਆਤਮਕ ਅਡੋਲਤਾ ਚ ਟਿਕ ਕੇ ਮੈਂ ਨਾਮ ਦਾ ਵਪਾਰ ਕਰਨਾ। ਜਿਸ ਤਰ੍ਹਾਂ ਭਗਤ ਰਵਿਦਾਸ ਜੀ ਕਹਿੰਦੇ, ਘਟ ਅਬ ਘਟ ਡੂਗਰ ਘਣੋ, ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਓ ਮੇਰੀ ਬੇਨਤੀ, ਮੇਰੀ ਪੂੰਜੀ ਰਾਖ ਮੁਰਾਦ। ਮੈਂ ਆਪਣਾ ਟਾਂਡਾ ਲੱਦ ਕੇ ਜਾ ਰਿਹਾ, ਉਹ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾ ਰਿਹਾ। ਟਾਂਡਾ ਪਤਾ ਆਪ ਜੀ ਨੂੰ ਕਿਹਨੂੰ ਕਹਿੰਦੇ? ਜਿਵੇਂ ਤੁਸੀਂ ਇੱਥੋਂ ਕੋਈ ਹੌਜਰੀ ਦਾ ਸਮਾਨ 10 ਟਰੱਕਾਂ ਚ ਲਾਦੇ ਹੋ, ਇੱਕ ਟਰੱਕ ਚ ਤੇ ਉਹ ਟਾਂਡਾ ਨਹੀਂ ਹੈ, ਇੱਕ ਤੋਂ ਜ਼ਿਆਦਾ ਨੇ ਤੇ ਉਹ ਟਾਂਡਾ। ਕਾਫਿਲਾ, ਟਾਂਡਾ ਮੀਨਸ ਕਾਫਿਲਾ, ਪੂਰਾ ਕਾਫਿਲਾ ਜਾ ਰਿਹਾ, ਘੋੜਿਆਂ ਤੇ, ਹਾਥੀਆਂ ਤੇ, ਖੋਤਿਆਂ ਤੇ, ਖੱਚਰਾਂ ਤੇ ਸਮਾਨ ਲੱਦਾ। ਮੈਂ ਦਰਗਾਹ ਨੂੰ ਜਾ ਰਿਹਾ, ਨਾਮ ਦਾ ਵਪਾਰ ਕਰਕੇ, ਨਾਮ ਦੀ ਖੇਪ ਵੱਡੀ ਮਾਤਰਾ ਵਿੱਚ ਲੱਦ ਕੇ ਮੈਂ ਜਾ ਰਿਹਾ। ਭਾਈ ਕਿਸੇ ਸਾਥ ਕਰਨਾ ਹੈ, ਰਾਤ ਚੋਰ ਡਾਕੂ ਲੁੱਟ ਨਾ ਲੈਣ, ਤੁਹਾਡੇ ਕਰਕੇ ਮੇਰਾ ਬਚਾਅ ਹੋ ਜਾਏਗਾ, ਮੇਰੇ ਕਰਕੇ ਤੁਹਾਡਾ ਹੋ ਜਾਏਗਾ। ਉਹ ਬਨਜਾਰੋ ਰਾਮ ਕੋ, ਕੋਈ ਨਾਮ ਦਾ ਬਨਜਾਰਾ, ਆਓ ਭਾਈ ਰਲ ਕੇ ਦਰਗਾਹ ਨੂੰ ਚੱਲੀਏ, ਇਹਦਾ ਕਹਿ ਰਹੇ ਨੇ। ਜਿਵੇਂ ਸਾਡੇ ਵੀਰ ਟਰੱਕਾਂ ਵਾਲੇ ਦੂਜਿਆਂ ਸੂਬਿਆਂ 'ਚ ਜਾਂਦੇ ਨਾ, ਰਾਹ 'ਚ ਲੁੱਟ ਲੈਂਦੇ, ਉਹ ਫਿਰ ਢਾਬਿਆਂ ਤੇ 5-5 7-7 10-10 20-20 ਇਕੱਠੇ ਹੋ ਜਾਂਦੇ। ਉਥੋਂ ਫਿਰ ਚਾਹ ਪਾਣੀ ਛੱਕ ਕੇ ਕਹਿੰਦੇ ਵੀ ਭਾਈ ਇਕੱਠਿਆਂ ਨੇ ਜਾਣਾ, ਕੋਈ ਦਿੱਕਤ ਆਵੇ ਸਾਰੇ ਰੋਕ ਲਓ, ਮੁਕਾਬਲਾ ਕਰੋ। ਫਿਰ ਉਹ ਉਹਨਾਂ ਦਾ ਬਚਾਅ ਹੋ ਜਾਂਦਾ। ਤੇ ਜੇ ਕੋਈ ਕਲਾਕਾਰਾ ਟੱਕਰ ਜਾਏ, ਉਹਨੂੰ ਕਈ ਵਾਰ ਲੁੱਟ ਵੀ ਲੈਂਦੇ ਨੇ। ਇਸ ਤਰ੍ਹਾਂ ਦੇ ਕਈ ਚਾਂਸ ਹੁੰਦੇ ਨੇ। ਤੋਂ ਮੈਂ ਅਰਜ਼ ਕਰ ਰਿਹਾ ਸਾਂ, ਪਰ ਕਰ ਚੇਤਨਾ ਡਲਾਈ, ਬਿਨ ਨਾਵੇਂ ਮਨ ਟੇਕ ਨਾ ਟਿਕੀ। ਨਾਨਕ ਭੂਖ ਨਾ ਜਾਈ, ਹਾਟ ਪਟਣ ਕਰ ਗੁਰੂ ਦਿਖਾਇਆ। ਸਹਿਜੇ ਸੱਚ ਵਪਾਰੋ, ਖੰਡਤ ਨਿਦਰਾ ਅਲਪ ਆਹਾਰੰਗ, ਨਾਨਕ ਤਤ ਵਿਚਾਰੋ। ਥੋੜਾ ਖੁਰਾਕ ਘਟਾ ਲੈਣੀ ਔਰ ਨੀਂਦ ਘਟਾ ਲੈਣੀ, ਔਰ ਉਪਰੋਕਤ ਗੱਲਾਂ ਨੂੰ ਇੰਪਲੀਮੈਂਟ ਕਰ ਲੈਣਾ। ਇਹ ਹੈ ਤਤ ਦੀ ਵਿਚਾਰ। ਇਹ ਜੋਗੀ ਕਹਿਣ ਲੱਗੇ ਵੀ ਚਲੋ ਇਹ ਤੇ ਠੀਕ ਹੈ, ਤੁਹਾਡੀਆਂ ਵਿਚਾਰਾਂ ਬੜੀਆਂ ਸੋਹਣੀਆਂ ਨੇ, ਪਰ ਤੁਸੀਂ ਫਿਰ ਉਦਾਸੀ ਕਿਉਂ ਬਣੇ ਹੋ? ਤੁਸੀਂ ਆ ਜਿਹੜੇ ਕੱਪੜੇ ਥੋੜੇ ਜਿਹੇ ਫਕੀਰਾਂ ਵਰਗੇ ਗੇਰੂਏ ਜਿਹੇ ਰੰਗ ਦੇ ਪਾਏ ਨੇ, ਤੁਸੀਂ ਕਿਉਂ ਪਾਏ ਨੇ? ਤੇ ਫਿਰ ਸਾਡਾ ਸਿਧਾਂਤ ਤੇ ਗਲਤ ਹੈ, ਫਿਰ ਤੁਹਾਡਾ ਸਿਧਾਂਤ ਕੀ ਹੈ ਪਾਰ ਕਰਨ ਦਾ? ਫਿਰ ਜੋਗੀਆਂ ਨੇ ਪ੍ਰਸ਼ਨ ਕੀਤਾ ਅੱਗੇ ਜਾ ਕੇ, 3-4 ਬੰਦ ਛੱਡ ਕੇ ਨਾ, ਫਿਰ ਅੱਗੇ ਜਾ ਕੇ ਜੋਗੀ ਕਹਿੰਦੇ ਨੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ। ਤੂੰ ਘਰ ਕਿਉਂ ਛੱਡਿਆ? ਜੇ ਘਰ 'ਚ ਹੀ ਰਹਿਣਾ ਚਾਹੀਦਾ, ਗ੍ਰਸਤ 'ਚ ਰਹਿਣਾ ਚਾਹੀਦਾ, ਕਾਰੋਬਾਰ ਕਰਨਾ, ਤੂੰ ਤੇ ਕਾਰੋਬਾਰ, ਤੈਨੂੰ ਤੇ 10 ਸਾਲ ਹੋ ਗਏ ਨੇ ਘਰੋਂ ਨਿਕਲੇ। ਗੁਰੂ ਨਾਨਕ ਨੂੰ ਉਹ ਕਹਿੰਦੇ ਨੇ, ਔਰ ਇਹ ਸੱਚਾਈ ਸੀ। ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ। ਇਹ ਜਿਹੜਾ ਭੇਖ ਧਾਰਨ ਕੀਤਾ ਹੈ ਉਦਾਸੀਆਂ ਵਾਲਾ, ਇਹ ਕਿਉਂ ਧਾਰਨ ਕੀਤਾ ਹੈ? ਉਹ ਕਿਸ ਵਖਰ ਕੇ ਤੁਮ ਵਣਜਾਰੇ, ਤੁਸੀਂ ਕਿਸ ਵਸਤੂ ਦੇ ਵਪਾਰੀ ਹੋ, ਔਰ ਕਿਉਂ ਕਰ ਸਾਥ ਲੰਘਾਵੋ ਪਾਰੇ। ਤੁਸੀਂ ਆਪਣੀ ਉਮਤ ਨੂੰ, ਆਪਣੇ ਫਾਲੋਅਰਸ ਨੂੰ, ਆਪਣੇ ਸਿੱਖਾਂ ਨੂੰ ਭਵਸਾਗਰ ਤੋਂ ਪਾਰ ਕਿਵੇਂ ਕਰੋਗੇ? ਹੁਣ ਜੋਗੀਆਂ ਨੇ ਇਹਦੇ ਵਿੱਚ 3-4 ਸਵਾਲ ਕਰ ਕਰਤੇ। ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਵਣਜਾਰੇ, ਔਰ ਚੌਥੀ ਗੱਲ, ਕਿਉਂ ਕਰ ਸਾਥ ਲੰਘਾਵੋ ਪਾਰੇ। ਹੁਣ ਹਜ਼ੂਰ ਕੀ ਕਹਿੰਦੇ? ਪਿਆਰੇ ਹੋਏ, ਠੀਕ ਹੈ ਸੀਰੀਅਲ ਬੜੇ ਵਧੀਆ ਨੇ, ਟੀਵੀ ਦੇ ਉੱਤੇ ਮੂਵੀਆਂ ਬੜੀਆਂ ਵਧੀਆ ਆਉਂਦੀਆਂ, ਖਬਰਾਂ ਆਉਂਦੀਆਂ, ਪਰ ਕਿਤੇ ਸੁਰਤ ਕਰਕੇ ਬਾਣੀ ਪੜ੍ਹੋ, ਇਹਦੇ ਵਿੱਚ ਵੀ ਦਿਲਚਸਪੀ ਬਹੁਤ ਹੈ। ਐਸੇ ਐਸੇ ਪ੍ਰਸ਼ਨ ਨੇ, ਤੁਸੀਂ ਕਿਸੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਕਰੋ, ਉਹਦੇ ਕੋਲ ਜਵਾਬ ਨਹੀਂ ਹੋਵੇਗਾ, ਪਰ ਗੁਰੂ ਗ੍ਰੰਥ ਸਾਹਿਬ ਮੌਜੂਦ ਨੇ। ਬੜਾ ਸਤਿਕਾਰ ਤੁਹਾਡੇ ਮਨਾਂ 'ਚ ਮੇਰੇ ਨਾਲੋਂ ਕਿਤੇ ਜ਼ਿਆਦਾ ਗੁਰੂ ਦਾ ਸਤਿਕਾਰ ਹੈ, ਮੈਨੂੰ ਪਤਾ ਹੈ। ਤੁਹਾਡੀ ਦੇਣ ਕੌਮ ਨੂੰ ਮੇਰੇ ਨਾਲੋਂ ਕਿਤੇ ਜ਼ਿਆਦੀ ਹੈ, ਮੈਨੂੰ ਇਸ ਗੱਲ ਦਾ ਵੀ ਖਬਰ ਹੈ। ਪਰ ਪਿਆਰਿਓ, ਗੁਰੂ ਗ੍ਰੰਥ ਸਾਹਿਬ ਨੂੰ ਸੋਹਣੇ ਸੋਹਣੇ ਰਮਾਲੇ, ਸੋਹਣੇ ਸੋਹਣੇ ਚੰਦੋਏ, ਆ ਵਾਤਾਵਰਨ ਸਿਰਜਣਾ ਬੜੀ ਬਹਾਦਰੀ ਹੈ ਭਾਈ, ਸ਼ਾਬਾਸ਼ ਹੈ ਤੁਹਾਡੇ ਸਾਰਿਆਂ। ਪਰ ਜਿਹੜਾ ਤੱਤ ਹੈ ਨਾ, ਉਹ ਇਹ ਹੈ ਵੀ ਇਹਨੂੰ ਪੜ੍ਹਨਾ ਵੀ।
2 ਸਾਲ ਪਹਿਲਾਂ ਬੇਟੀ ਦੇ ਵਿਆਹ ਤੋਂ ਆਰ-ਪਾਰ ਫਰਨੀਚਰ ਫਲਾਣੀ ਦੁਕਾਨ ਤੋਂ ਲੈਣਾ ਹੈ, ਹਲਵਾਈ ਫਲਾਣਾ ਕਰਨਾ ਹੈ, ਪੈਲਸ ਫਲਾਣਾ ਕਰਨਾ ਹੈ, ਜਿਊਲਰੀ ਫਲਾਣੇ ਸੁਨਿਆਰੇ ਤੋਂ ਬਣਾਣੀ ਹੈ, ਬਜਾਜੀ ਫਲਾਣੇ ਤੋਂ ਕੱਪੜੇ ਲਿਆਉਣੇ ਨੇ। ਇਹ ਤਾਂ 2 ਸਾਲ ਤੋਂ ਤਿਆਰੀ ਕਰਦੇ ਰਹੀਏ ਤੇ ਜੇ 40-50 ਮਿੰਟ ਦੀ ਪ੍ਰੋਸੈਸਿੰਗ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਲਾਵਾਂ ਫੇਰੇ ਨਾ ਹੋਣ ਤੇ ਕੀ ਉਹਨੂੰ ਵਿਆਹ ਮੰਨ ਲਓਗੇ? ਤੱਤ ਤੇ ਉਹ ਹੈ ਨਾ, ਬਾਕੀ ਸਾਰਾ ਤੇ ਗਰਾਊਂਡ ਤਿਆਰ ਹੋ ਰਿਹਾ ਸੀ ਨਾ। ਤੇ ਜੇ ਉਹ ਨਹੀਂ ਹੋਇਆ, 40-50 ਮਿੰਟ ਘੰਟੇ ਦੀ ਪ੍ਰੋਸੈਸਿੰਗ ਨਹੀਂ ਹੋਈ, ਫਿਰ ਸਮਾਜ ਵਿਆਹ ਨਹੀਂ ਮੰਨਦਾ। ਇਸ ਵਾਸਤੇ ਸਾਰਾ ਕੁਝ ਮੁਬਾਰਕ ਹੈ, ਆਲੀਸ਼ਾਨ ਭਵਨ, ਆਲੀਸ਼ਾਨ ਪ੍ਰਬੰਧ, ਸਭ ਕੁਝ। ਪਰ ਜੇ ਇਹ ਵੇਖਿਆ ਹੀ ਨਹੀਂ, ਪੜ੍ਹਿਆ ਹੀ ਨਹੀਂ, ਵਿਚਾਰਿਆ ਹੀ ਨਹੀਂ, ਤੇ ਫਿਰ ਪਿਆਰਿਓ ਮੈਨੂੰ ਖਿਮਾ ਕਰਨਾ, ਫਿਰ ਕੁਝ ਉਸ ਤਰ੍ਹਾਂ ਦੀ ਗੱਲ। ਬੜੀਆਂ ਦਿਲਚਸਪ ਗੱਲਾਂ ਨੇ। ਕਿਸ ਕਾਰਨ ਗ੍ਰਹਿ ਤਜੇ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਮਨ ਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ, ਗੁਰਮੁਖ ਖੋਜਤ ਪਏ ਉਦਾਸੀ। ਮੈਂ ਭਲੇ ਪੁਰਸ਼ਾਂ ਦੀ ਖੋਜ ਵਿੱਚ ਨਿਕਲਿਆ ਵਾਂ। ਉਹ ਬੈਠੇ ਨੇ ਘਰਾਂ ਵਿੱਚ, ਹੈਗੇ ਭਲੇ ਨੇ, ਭਲਾ ਕਰ ਸਕਦੇ ਨੇ। ਮੈਂ ਉਹਨਾਂ ਨੂੰ ਜਾ ਕੇ ਹਲੂਣ ਕੇ ਜਗਾਣਾ ਹੈ, ਉਹ ਭਲਿਓ ਆਏ ਹੋ ਤੇ ਤੁਹਾਨੂੰ ਤੇ ਸਮਝ ਆ ਗਈ ਹੈ ਵੀ ਜੀਵਨ ਮਨੋਰਥ ਕੀ ਹੈ। ਆ ਜਰਾ ਆਲੇ ਦੁਆਲੇ ਲੋਕਾਂ ਨੂੰ ਵੀ ਦੱਸੋ। ਉਠੋ, ਆਲਸ ਨਾ ਕਰੋ, ਉਠੋ, ਘਰਾਂ ਚੋਂ ਨਿਕਲੋ ਬਾਹਰ। ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕਹਿ ਤਾਈ ਭੇਖ ਨਿਵਾਸੀ। ਇਹਨਾਂ ਗੁਰਮੁਖਾਂ ਦੇ ਦਰਸ਼ਨ ਕਰਨ ਲਈ ਮੈਂ ਇਹ ਭੇਖ ਧਾਰਨ ਕੀਤਾ। ਤੁਸੀਂ ਕਹਿੰਦੇ ਹੋ ਵਣਜਾਰਾ ਕਾਹਦਾ ਹੈ? ਸਾਚ ਵਖਰ ਕੇ ਹਮ ਵਣਜਾਰੇ, ਸਾਚ ਸਦਾ ਫਿਰ ਅਕਾਲ ਪੁਰਖ ਦੇ ਨਾਮ ਦਾ ਮੈਂ ਵਣਜਾਰਾ। ਨਾਨਕ ਗੁਰਮੁਖ ਉਤਰਸ ਪਾਰੇ। ਤੁਸੀਂ ਕਹਿੰਦੇ ਹੋ ਕਿਉਂ ਕਰ ਸਾਥ ਲੰਘਾਵੋ ਪਾਰੇ। ਮੇਰਾ ਜਵਾਬ ਹੈ ਨਾਨਕ ਗੁਰਮੁਖ ਉਤਰਸ ਪਾਰੇ। ਇਹ ਗੁਰੂ ਦੇ ਸਨਮੁਖ ਹੋ ਕੇ ਪਾਰ ਉਤਰਨ। ਇਸ ਲਈ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਨਾ ਇਹਨੂੰ ਵਿਦਵਾਨ ਗੁਰੂ ਪ੍ਰਣਾਲੀ ਕਹਿੰਦੇ। ਉਦੋਂ ਪਹਿਲਾਂ ਭਗਤੀ ਲਹਿਰ ਆਈ, ਨਾਮਦੇਵ ਸਾਹਿਬ, ਕਬੀਰ ਸਾਹਿਬ, ਰਵਿਦਾਸ ਸਾਹਿਬ, ਜੈਦੇਵ ਸਾਹਿਬ, ਧੰਨਾ ਸਾਹਿਬ, 15 ਭਗਤ ਸਾਹਿਬਾਨ। ਇਹਨਾਂ ਤੋਂ ਇਲਾਵਾ ਵੀ ਹੁਣ ਤੁਸੀਂ ਮਹਾਰਾਸ਼ਟਰ ਵਿੱਚ ਜਾਓ ਪਿਆਰਿਓ, ਮੈਨੂੰ ਖਿਮਾ ਕਰਨਾ, ਭਗਤ ਨਾਮਦੇਵ ਸਾਹਿਬ ਨੂੰ ਲੋਕੀ ਘੱਟ ਜਾਣਦੇ ਨੇ। ਭਗਤ ਨਾਮਦੇਵ ਸਾਹਿਬ ਦੇ ਸਕੇ ਭਰਾ ਸੰਤ ਰਾਮੇਸ਼ਵਰ ਜੀ, ਉਹਨਾਂ ਨੂੰ ਜਣਾ ਖਣਾ ਜਾਣਦਾ। ਤੇ ਹੋਰ ਵੀ ਬੜੇ ਭਗਤ ਹੋਏ ਨੇ। ਉਦੋਂ ਇੱਕ ਭਗਤੀ ਲਹਿਰ ਚੱਲੀ, ਭਾਰਤ ਵਿੱਚ ਭਗਤੀ ਲਹਿਰ ਚੱਲੀ। ਪਰ ਸਮਾਂ ਪਾ ਕੇ ਫਿਰ ਗੁਰੂ ਪ੍ਰਣਾਲੀ ਚੱਲੀ। ਗੁਰੂ, ਇਸ ਵਾਸਤੇ 10 ਮਹਾਂਪੁਰਸ਼ਾਂ ਨੂੰ ਇੱਥੇ ਭਗਤ ਨਹੀਂ ਕਿਹਾ ਜਾਂਦਾ, ਪੈਗੰਬਰ ਨਹੀਂ ਕਿਹਾ ਜਾਂਦਾ, ਅਵਤਾਰ ਵੀ ਨਹੀਂ ਕਿਹਾ ਜਾਂਦਾ। ਇਹ ਗੁਰੂ ਸ਼ਬਦ ਇੱਥੇ, ਗੂ ਪਲਸ ਰੂ। ਗੂ ਮੈਨੇ ਹਨੇਰਾ, ਰੂ ਮੈਨੇ ਪ੍ਰਕਾਸ਼। ਜਿਹੜਾ ਹਨੇਰੇ ਵਿੱਚ ਪ੍ਰਕਾਸ਼ ਕਰੇ, ਅਗਿਆਨਤਾ ਨੂੰ ਗਿਆਨ ਵਿੱਚ ਪਰਿਵਰਤਿਤ ਕਰਦਾ ਹੈ ਜਾਂ ਰੂਪਾਂਤਰਿਤ ਕਰਦਾ ਹੈ। ਇਸ ਵਾਸਤੇ ਜੀਵਤ ਮਰੈ ਹੁਣ ਜੀਵੈ, ਐਸੇ ਸੁਨ ਸਮਾਇਆ, ਅੰਜਨ ਮਾਹੇ ਨਿਰੰਜਨ ਰਹੀਐ, ਬੌਰ ਨਾ ਭਵਜਲ ਪਾਇਆ। ਜੇ ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਨਾਲ ਸੁਰਤ ਜੋੜੀਏ ਤੇ ਫਿਰ ਪਰਤ ਕੇ ਇਹ ਆਵਾਗਾਉਣ ਦਾ ਜਿਹੜਾ ਭੌਜਲ ਹੈ, ਇਹ ਚੱਕਰ ਵਿੱਚ ਨਹੀਂ ਪੈਣਾ ਪੈਂਦਾ। ਮੇਰੇ ਰਾਮ, ਹੁਣ ਇਹ ਰਾਓ ਵਾਲੀਆਂ ਪੰਕਤੀਆਂ ਵਿੱਚ ਅਰਦਾਸ ਹੈ, ਹੇ ਮੇਰੇ ਰਾਮ, ਹੇ ਮੇਰੇ ਵਾਹਿਗੁਰੂ, ਐਸਾ ਖੀਰ ਬਿਲੋਈਐ। ਖੀਰ ਅਸੀਂ ਤੇ ਦੁੱਧ ਵਿੱਚ ਚੌਲ ਪਾ ਕੇ ਜਿਹੜਾ ਪਦਾਰਥ ਬਣਾਉਂਦੇ ਆ ਉਹਨੂੰ ਕਹਿੰਦੇ ਆ, ਪਰ ਖੀਰ ਨਾਮ ਦੁੱਧ ਦਾ ਵੀ। ਰੇੜਕਾ ਇਦਾਂ ਦਾ ਪਾਣਾ ਚਾਹੀਦਾ। ਮਹਾਰਾਜ ਕਹਿਣਗੇ ਕਿੱਦਾਂ ਦਾ ਪਾਣਾ ਚਾਹੀਦਾ? ਗੁਰਮਤ ਮਨੁਆ ਅਸਥਿਰ ਰੱਖ। ਗੁਰੂ ਦੀ ਮੱਤ ਦੇ ਧਾਰਨੀ ਬਣ ਕੇ ਮਨ ਨੂੰ ਅਸਥਿਰ ਰੱਖਣਾ, ਮਨ ਨੂੰ ਟਿਕਾਣਾ। हे ਵਾਹਿਗੁਰੂ, ਐਸੀ ਕਿਰਪਾ ਕਰੋ, ਮੈਨੂੰ ਪੂਰਾ ਗੁਰੂ ਮਿਲਾਓ, ਪੂਰਾ ਗੁਰੂ ਮੇਰੇ ਮਨ ਨੂੰ ਟਿਕਾ ਦੇ, ਮੇਰਾ ਮਨ ਨਹੀਂ ਟਿਕਦਾ। ਸ਼ਬ ਰੋਜ਼ ਗਸ਼ਤਮ ਦਰ ਹਵਾ ਕਰਦੇ ਬਦੀ ਖਿਆਲ, ਗਾਹੇ ਨਾ ਨੇ ਕੀ ਕਾਰ ਕਰਦਮ ਮਨ ਈਚ ਨੀ ਅਹਵਾਲ। ਮੇਰਾ ਮਨ ਸ਼ਬ ਮੈਨੇ ਰਾਤ, ਸ਼ਬ ਤੋਂ ਹੀ ਸ਼ਬਨਮ ਬਣਿਆ, ਜਿਹਨੂੰ ਅਸੀਂ ਤਰੇਲ ਕਹਿੰਦੇ ਆ, ਹਿੰਦੀ ਚ ਓਸ ਕਹਿੰਦੇ ਨੇ, ਉਰਦੂ ਵਾਲੇ ਉਹਨੂੰ ਸ਼ਬਨਮ ਕਹਿੰਦੇ। ਸ਼ਬ ਤੋਂ ਸ਼ਬਨਮ, ਸ਼ਬ ਰਾਤ, ਨਮ ਨਮੀ, ਰਾਤ ਦੀ ਨਮੀ, ਤਰੇਲ। ਰੋਜ਼ ਤੋਂ ਹੀ ਰੋਜ਼ਾਨਾ ਸ਼ਬਦ ਬਣਿਆ। ਸ਼ਬ ਰੋਜ਼ ਗਸ਼ਤਮ, ਰਾਤ ਦਿਨ ਮੇਰਾ ਮਨ ਗਸ਼ਤ ਹੀ ਕਰਦਾ ਰਹਿੰਦਾ, ਦੌੜਦਾ ਹੀ ਰਹਿੰਦਾ। ਕੀ ਕਰਦਾ? ਕਰਦੇ ਬਦੀ ਖਿਆਲ। ਇਹਦੇ ਵਿੱਚ ਚੰਗੇ ਵਿਚਾਰ ਨਹੀਂ ਆਉਂਦੇ। ਜਦੋਂ ਆਉਂਦੇ ਨੇ ਭੈੜੇ ਵਿਚਾਰ ਹੀ ਆਉਂਦੇ ਨੇ। ਆਉਣ ਵਾਲੇ ਸਮੇਂ 'ਚ ਕੋਈ ਇਸ ਤਰ੍ਹਾਂ ਦਾ ਉਪਕਰਨ ਆ ਗਿਆ ਨਾ ਵੀ ਇੱਥੇ ਲਗਾ ਕੇ ਏਦਾਂ ਚੇਪੀ ਜਿਹੀ ਉਹਦੀਆਂ ਤਾਰਾਂ ਉਸ ਉਪਕਰਨ ਵਿੱਚ ਚਲੀਆਂ ਜਾਣ ਤੇ ਫਿਰ ਉਹਨੂੰ ਆਨ ਕਰੀਏ ਤੇ ਸਕਰੀਨ ਦੇ ਉੱਤੇ ਸਾਡੇ ਫੁਰਨੇ ਆਉਣ,
ਸੱਚੀ ਤਹਿਲਕਾ ਮਚ ਜਾਏਗਾ। ਇਹ ਹੱਦ ਹੋ ਗਈ ਹੈ, ਇੰਨਾ ਗੰਦ ਭਰੇ। ਅਸੀਂ ਇਸ ਬੰਦੇ ਨੂੰ ਧਾਰਮਿਕ ਸਮਝਦੇ ਸਾਂ, ਇਹਨੂੰ ਗਿਆਨੀ ਸਮਝਦੇ ਸਾਂ, ਇਹਨੂੰ ਪੰਡਤ ਸਮਝਦੇ ਹਾਂ, ਮਲਾਣਾ ਸਮਝਦੇ ਸਾਂ। ਇਹ ਤੇ ਪੂਰੇ ਟੋਕਰਿਆਂ ਦੇ ਟੋਕਰੇ ਅੰਦਰ ਗੰਦਗੀ ਦੇ ਢੇਰ ਨੇ। ਜੇ ਕੋਈ ਇਸ ਤਰ੍ਹਾਂ ਦਾ ਉਪਕਰਨ, ਕੋਈ ਯੰਤਰ ਆ ਗਿਆ ਤੇ ਬੜਾ ਤਹਿਲਕਾ ਮਚੇ। ਹੁਣ ਤੇ ਸਭ ਕੁਝ ਢੱਕਿਆ ਪਿਆ। ਪਰ ਗੁਰੂ ਨਾਨਕ ਕਹਿੰਦੇ ਮੈਨੂੰ ਕੋਈ ਕਹਿਣ ਤੋਂ ਗੁਰੇਜ਼ ਨਹੀਂ, ਬਦੀ ਦੇ ਖਿਆਲ ਹੀ ਹੁੰਦੇ। ਬਦੀ ਦੇ ਖਿਆਲ ਕਹਿਣ ਲੱਗੇ ਨੇਕੀ ਦੇ, ਕਹਿੰਦੇ ਉਹ ਭੁੱਲ ਕੇ ਵੀ ਨਹੀਂ ਕਦੀ ਆਏ। ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ, ਸਤਨਾਮ ਸ੍ਰੀ ਗਾਹੇ ਨਾ ਨੇਕੀ ਕਾਰ ਕਰਦਮ, ਭੁੱਲ ਕੇ ਮੈਂ ਕਦੀ ਨੇਕੀ ਦੀ ਕਾਰ ਕੀਤੀ ਹੋਈ ਕੋ ਨਹੀਂ ਗੀ। ਮਨ ਮੇਰਾ ਇਹ ਚਿਨੀ ਸਮਝੋ ਹਵਾਲ, ਮੇਰਾ ਇਤਨਾ ਬੁਰਾ ਹਾਲ ਹੈ। ਇਹ ਗੁਰੂ ਨਾਨਕ ਕਹਿ ਰਿਹਾ। ਅਸੀਂ ਕਿਹੜੇ ਬਾਗ ਦੀ ਮੂਲੀ ਆ? ਦੇਖੋ, ਬਿਮਾਰ ਡਾਕਟਰ ਕੋਲ ਜਾ ਕੇ ਪਰਚੀ ਕਟਾ ਲੈ, ਫੀਸ ਦੇ ਦੇ, ਕੰਪਾਊਂਡਰ ਅੰਦਰ ਸੱਦ ਲੈ, ਟੂਲ ਤਰੀਕ ਕੇ ਨੇੜੇ ਕਰਕੇ ਬਹਾ ਲੈ ਔਰ ਬੜੇ ਸਹਾਨੂਭੂਤੀ ਨਾਲ ਪੁੱਛੇ, ਹਾਂਜੀ ਦੱਸੋ ਕੀ ਹੈ, ਤੁਹਾਨੂੰ ਕੀ ਪ੍ਰੋਬਲਮ? ਜੀ ਮੈਨੂੰ ਤਾਂ ਕੋਈ ਪ੍ਰੋਬਲਮ ਹੈ ਹੀ ਨਹੀਂ। ਤੇ ਉਹ ਕਹੇਗਾ ਭਲਿਆ ਫਿਰ ਲੈਣ ਕੀ ਆਇਆ? ਮੇਰੇ ਕੋਲ ਤੇ ਬਿਮਾਰ ਆਉਂਦੇ ਨੇ, ਜੇ ਤੂੰ ਠੀਕ ਹੈ ਤੂੰ ਲੈਣ ਕੀ ਆਇਆ? ਅਸੀਂ ਇਹ ਮਿਸਟੇਕ ਕਰਨੇ ਆ। ਮੈਂ ਤਾਂ ਬੇਨਤੀ ਕਰ, ਅਸੀਂ ਗੁਰਦੁਆਰੇ ਆ ਕੇ, ਗੁਰੂ ਕੋਲ ਆ ਕੇ ਵੀ ਇਹ ਮਿਸਟੇਕ ਕਰਨੇ ਆ ਬਈ ਗੁਰੂ ਮੈਂ ਤੇ ਬ੍ਰਹਮ ਗਿਆਨੀ ਬਣ ਗਿਆ ਵਾਂ। ਮਨ ਤੂੰ ਮਤ ਮਾਨ ਕਰੇ ਜੇ ਹੋ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋ। ਗੁਰੂ ਕੋਲ ਖੋਲ ਦੇ ਸਾਰਾ ਕੱਚਾ ਚਿੱਠਾ, ਬੋਲ ਕੇ ਸੰਗਾ ਆਉਂਦੀ ਹੈ ਸੰਗਤ ਵਿੱਚ ਤੇ ਬਿਨ ਬੋਲਿਆ ਸਭ ਕੁਝ ਜਾਣਦਾ। ਉਹਦੇ ਕੋਲ ਐਕਸੈਪਟ ਕਰ ਲੈ ਤੇ ਆਖ ਮੇਰੇ ਰਾਮ ਐਸਾ ਖੀਰ ਬਲੋਈਏ, ਗੁਰਮਤ ਮਨੁਆ ਅਸਥਿਰ ਰੱਖ। ਮੇਰਾ ਮਨ ਨਹੀਂ ਜੇ ਟਿਕਦਾ, ਮੇਰੇ ਮਨ ਨੂੰ ਟਿਕਾ ਦਿਓ, ਮੇਰੇ ਮਨ ਨੂੰ ਰੋਕ ਲਓ, ਵਿਕਾਰਾਂ ਦੇ ਫੁਰਨਿਆਂ ਵੱਲੋਂ ਰੋਕ ਲਓ। ਇਹ ਪਰਤ ਪਰਤ ਕੇ ਉਧਰ ਨੂੰ ਜਾਂਦਾ ਜੀ। ਇਨ ਵਿਦ ਅੰਮ੍ਰਿਤ ਪਿਓਈਐ, ਇਸ ਤਰ੍ਹਾਂ ਫਿਰ ਅੰਮ੍ਰਿਤ ਪ੍ਰਾਪਤ ਹੋਵੇਗਾ, ਨਾਮ ਪ੍ਰਾਪਤ ਹੋਵੇਗਾ। ਗੁਰ ਕੈ ਬਾਣ ਬਜਰ ਕਲ ਛੇਦੀ, ਪ੍ਰਗਟਿਆ ਪਦ ਪ੍ਰਗਾਸਾ। ਅਗਲਾ ਬੰਦ ਹੈ। ਗੁਰ ਕੈ ਬਾਣ, ਗੁਰੂ ਦੇ ਸ਼ਬਦ ਰੂਪੀ ਤੀਰ, ਬਜਰ ਕਲ, ਬਜਰ ਭਾਰੀ, ਕਲ ਕਲਪਨਾ, ਮਨ ਦੀ ਕਲਪਨਾ ਨੂੰ ਗੁਰੂ ਦੇ ਸ਼ਬਦ ਰੂਪੀ ਬਾਣ ਦੇ ਨਾਲ ਫੁੰਡ ਦਿੱਤਾ। ਪ੍ਰਗਟਿਆ ਪਦ ਪ੍ਰਗਾਸਾ, ਕਬੀਰ ਸਤਗੁਰ ਸੂਰਮੇ ਬਾਇਆ ਬਾਣ, ਜੋ ਏਕ ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਰੇ ਜੇ ਛੇਕ। ਕਬੀਰ ਚੋਟ ਸਹਾਰੇ ਸੇਲ ਕੀ, ਨੇਜੇ ਵਰਗਾ ਹਥਿਆਰ ਹੁੰਦਾ। ਲਾਗਤ ਲੈ ਉਸਾਦ, ਜਿਹਨੂੰ ਵੱਜਦੀ ਹੈ ਗੁੱਸਾ ਹੁੰਦਾ ਤੇ ਉਹ ਵੀ ਲੜਦਾ। ਜਬ ਬਾਣ ਲੱਗ ਗਿਓ ਤਬ ਰੋਸ ਜਾਗਿਓ। ਚੋਟ ਸਹਾਰੇ ਸੇਲ ਕੀ, ਲਾਗਤ ਲੈ ਉਸਾਸ, ਚੋਟ ਸਹਾਰੇ ਸ਼ਬਦ ਕੀ, ਤਾਸ ਗੁਰੂ ਮੈਂ ਦਾਸ। ਸੇਲ ਦੀ ਚੋਟ ਸਹਾਰਨੀ ਸੌਖੀ ਏ, ਸ਼ਬਦ ਦੀ ਚੋਟ ਸਹਾਰਨੀ ਔਖੀ ਹੈ। ਬੰਦਾ ਕਹਿੰਦਾ ਜੀ ਮੈਨੂੰ ਲਾ ਕੇ ਗੱਲਾਂ ਕੀਤੀਆਂ ਜਾ ਰਹੀਆਂ, ਉਹ ਸ਼ਬਦ ਚੋਟ ਕਰਦਾ ਹੈ ਨਾ, ਨਾਰਾਜ਼ਗੀ ਕਥਾਵਾਚਕ ਨਾਲ ਹੋ ਜਾਂਦੀ ਹੈ। ਚੋਟ ਗੁਰੂ ਗ੍ਰੰਥ ਸਾਹਿਬ ਕਰ ਰਹੇ ਹੁੰਦੇ, ਇਹ ਵੀ ਸਮਝਣ ਵਾਲੀ ਗੱਲ। ਗੁਰ ਕੈ ਬਾਣ ਬਜਰ ਕਲ ਛੇਦੀ, ਗੁਰੂ ਦੇ ਸ਼ਬਦ ਰੂਪੀ ਤੀਰ ਨਾਲ ਬਜਰ ਕਲਪਨਾ ਨੂੰ ਫੁੰਡ ਦਿੱਤਾ। ਪ੍ਰਗਟਿਆ ਪਦ ਪ੍ਰਗਾਸਾ, ਸਕਤ ਅੰਧੇਰ ਜੇਵੜੀ ਭ੍ਰਮ ਚੂਕਾ, ਨੇਚਲ ਛਿਪ ਕਰ ਬਾਸਾ। ਔਰ ਜਿਵੇਂ ਹਨੇਰੇ ਵਿੱਚ ਰੱਸੀ ਸੱਪ ਦਾ ਭੁਲੇਖਾ ਪੈਂਦਾ, ਇਸ ਤਰ੍ਹਾਂ ਜਿਵੇਂ ਹੀ ਪਦ ਪ੍ਰਗਾਸਾ ਚਾਨਣ ਹੋਇਆ, ਉਹ ਜਿਹੜਾ ਵਿਕਾਰਾਂ ਨੂੰ ਹੀ ਅਸਲ ਜੀਵਨ ਸਮਝੀ ਬੈਠੇ ਸਾਂ, ਉਹ ਮੇਰਾ ਭਰਮ ਦੂਰ ਹੋ ਗਿਆ। ਹੁਣ ਸਮਝ ਲੱਗੀ ਵੀ ਅਸਲ ਜੀਵਨ ਪਰਮਾਤਮਾ ਦੇ ਨਾਮ ਵਿੱਚ, ਫੁਰਨੇ ਰੋਕਣ ਵਿੱਚ ਅਸਲ ਜੀਵਨ। ਤਿੰਨ ਬਿਨ ਬਾਣ ਧਨਕ ਚੜਾਈਐ, ਕੋਈ ਬਾਣ ਨਹੀਂ, ਕੋਈ ਤੀਰ ਨਹੀਂ, ਅਦ੍ਰਿਸ਼ ਤੀਰ ਫਿਰ ਚੱਲ ਜਾਂਦੇ ਨੇ ਸ਼ਬਦਾਂ ਦੇ। ਇਹ ਜਗ ਬੇਧਿਆ ਭਾਈ, ਦਹਿ ਦਿਸ ਬੁੱਢੀ ਪਵਨ ਚਲਾਵੇ, ਡੋਰ ਰਹੀ ਲਿਵਲਾਈ। ਦਸਾਂ ਦਿਸ਼ਾਵਾਂ ਵਿੱਚ ਮਨੁੱਖ ਵਿਚਰਦਾ ਹੈ। ਲੋਕੀ ਕਹਿੰਦੇ ਇਹ ਵੀ ਮਾਇਆ ਪਿੱਛੇ ਭੱਜਾ ਫਿਰਦਾ, ਬੜਾ ਕੀਰਤਨ ਸੁਣਾਉਂਦਾ ਲੋਕਾਂ ਨੂੰ, ਬੜੀ ਕਥਾ ਸੁਣਾਉਂਦਾ, ਭੱਜਾ ਇਹ ਵੀ ਮਾਇਆ ਪਿੱਛੇ ਫਿਰਦਾ। ਮਹਾਰਾਜ ਕਹਿੰਦੇ ਨਹੀਂ, ਦਹਿ ਦਿਸ ਬੁੱਢੀ ਪਵਨ ਚਲਾਵੇ, ਡੋਰ ਰਹੀ ਲਿਵਲਾਈ। ਕਿਰਤਕ ਵਾਸਤੇ, ਅਜੀਵਕਾ ਵਾਸਤੇ ਇੱਧਰ ਉੱਧਰ ਵਿਚਰਦਾ, ਪਰ ਡੋਰ ਸੁਰਤ ਪਰਮਾਤਮਾ ਨੂੰ ਲੱਗੀ। ਇਹ ਵੀ ਪੋਸੀਬਲ, ਕਿਰਤਕਾਰ ਕਰਦਿਆਂ ਵੀ ਸੁਰਤ ਲੱਗ ਸਕਦੀ। ਉਨਮਨ ਮਨੁਆ ਸੁਨ ਸਮਾਨਾ, ਦੁਬਦਾ ਦੁਰਮਤ ਭਾਗੀ। ਉਨਮਨ ਵਿਰਾਗ ਦੀ ਅਵਸਥਾ, ਇਹ ਮਨ ਲੈ ਜੋ ਉਨਮਨ ਰਹੇ। ਉਨਮਨ ਮਨੁਆ ਸੁਨ ਸਮਾਨਾ, ਹੁਣ ਮੇਰਾ ਮਨ ਵਿਰਾਗ ਵਾਲੀ ਅਵਸਥਾ ਚਲਾ, ਪ੍ਰੇਮ ਵਾਲੀ ਅਵਸਥਾ ਚਲਾ ਗਿਆ। ਦੁਬਦਾ ਦੁਰਮਤ ਭਾਗੀ, ਦੋ ਵਿਦਾ ਦੁਚਿੱਤਾਪਨ ਵੀ ਚਲਾ ਗਿਆ, ਭੈੜੀ ਮਤ ਵੀ ਚਲੀ ਗਈ। ਕਹੋ ਕਬੀਰ ਅਨ ਭਉ ਇੱਕ ਦੇਖਿਆ, ਰਾਮ ਨਾਮ ਲਿਵ ਲਾਗੀ।
ਹੁਣ ਇਹ ਅਨੁਭਵ ਹੋ ਗਿਆ, ਹੁਣ ਇਹ ਤਜਰਬਾ ਹੋ ਗਿਆ, ਹੁਣ ਇਹ ਐਕਸਪੀਰੀਅੰਸ ਹੋ ਗਿਆ, ਹੁਣ ਫੁਰਨੇ ਖਤਮ ਹੋ ਗਏ। ਵਿਕਾਰਾਂ ਵੱਲੋਂ ਮੈਂ ਮਰ ਗਿਆ ਨਹੀਂ, ਮੈਂ ਚੰਗੀ ਤਰ੍ਹਾਂ ਮਰ ਗਿਆ। ਹੁਣ ਅਸਲੀ ਜੀਵਨ ਜਿਹੜਾ ਉਹ ਸ਼ੁਰੂ ਹੋ ਗਿਆ ਔਰ ਰਾਮ ਨਾਮ ਲਿਵ ਲਾਗੀ। ਹੁਣ ਜਿੱਥੇ ਫੁਰਨਿਆਂ ਦਾ ਪਲੇਟਫਾਰਮ ਬਣਿਆ ਸੀ, ਉੱਥੇ ਹੁਣ ਸ਼ਬਦ ਨੇ ਟਿਕਾਣਾ ਕਰ ਲਿਆ। ਹੁਣ ਸੁਰਤ ਨਾਮ ਵਿੱਚ ਜੁੜ ਗਈ, ਸੁਰਤ ਗੁਰਬਾਣੀ ਵਿੱਚ ਜੁੜ ਗਈ। ਸਮਾਂ ਸਮਾਪਤ ਹੈ, ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਣੀ। ਸਾਧ ਸੰਗਤ, ਹਫ਼ਤਾਵਾਰੀ ਦੀਵਾਨ ਜੋ ਹਰ ਸੈਟਰਡੇ ਨੂੰ ਇਸ ਸਥਾਨ ਤੇ ਸੰਗਤ ਦੇ ਸਹਿਯੋਗ ਨਾਲ